We praise God for such a wonderful day God has given to us. ਪ੍ਰਭੂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਮਹਾਨ ਦਿਨ ਲਈ ਖੂਬਸੂਰਤ ਦਿਨ ਲਈ ਜੋ ਪ੍ਰਭੂ ਨੇ ਦਿੱਤਾ ਹੈ Before we bring the word of God, we're going to show a slide which Joel, if he's there, is he ready? He's not there. Okay. We'll probably show at the end of the service. ਔਰ ਸਰਵਿਸ ਤੋਂ ਬਾਅਦ ਇੱਕ ਜਿਹੜੀਆਂ ਤਸਵੀਰਾਂ ਕੁਝ ਦਿਖਾਈਆਂ ਜਾਣਗੀਆਂ You have helped to build a Bible study center in the Hindu belt of northern part of India. ਔਰ ਇੰਡੀਆ ਦੇ ਉੱਤਰੀ ਇਲਾਕੇ ਵਿੱਚ ਚਰਚ ਨੇ ਜਿਹੜੀ ਮਦਦ ਕੀਤੀ ਹੈ ਉਹਦੇ ਨਾਲ ਇੱਕ ਬਾਈਬਲ ਦਾ ਜਿਹੜਾ ਸਕੂਲ ਹੈ ਖੋਲਿਆ ਜਾ ਚੁੱਕਾ ਉਹਦੀਆਂ ਤਸਵੀਰਾਂ ਅੱਜ ਅਸੀਂ ਦਿਖਾਉਣੀਆਂ ਚਾਹੁੰਦੇ The ਹਾਂ overseer has sent us pictures of it, and he said, please thank the Southwold Church of God for helping us to have this Bible study center in the place called Chhattisgarh. ਛੱਤੀਸਗੜ੍ਹ ਦੇ ਇਲਾਕੇ ਵਿੱਚ ਇੰਡੀਆ ਵਿੱਚ ਉੱਥੇ ਜਿਹੜੇ ਲੀਡਰਸ ਨੇ ਉਹਨਾਂ ਨੇ ਚਰਚ ਦਾ ਸ਼ੁਕਰੀਆ ਕੀਤਾ ਜੋ ਦਾਨ ਅਸੀਂ ਉਹਨਾਂ ਨੂੰ ਦਿੱਤਾ ਸੀ ਉਹਦੀਆਂ ਤਸਵੀਰਾਂ ਉਹ ਸਾਨੂੰ ਦਿਖਾਉਣੀਆਂ ਚਾਹੁੰਦੇ ਨੇ ਅੱਜ And this money was taken personally by Brother Sunny, Brother Mam and myself, and we handed over last year to them. And thank God for the advancement of God's kingdom in that land. ਔਰ ਤੁਹਾਨੂੰ ਯਾਦ ਹੈ ਜਿਹੜਾ ਪੈਸਾ ਸੀ ਅਸੀਂ ਖੁਦ ਚਰਚ ਵਿੱਚੋਂ ਜਿਹੜਾ ਦਾਨ ਦਾ ਲੈ ਕੇ ਗਏ ਸੀ ਭਾਈ ਸਨੀ ਨਾਲ ਭਾਈ ਜਾਰਜ ਮੈਮਨ ਪਾਦੀ ਸਾਹਿਬ ਖੁਦ ਔਰ ਪ੍ਰਭੂ ਦਾ ਸ਼ੁਕਰ ਕਰਨੇ ਆ ਕਿ ਉਹਦਾ ਰਾਜ ਉਹਦੀ ਬਾਦਸ਼ਾਹੀ ਦੁਨੀਆ ਦੇ ਦੇਸ਼ਾਂ ਵਿੱਚ ਵਧ ਰਹੀ ਹੈ ਮੁਲਕਾਂ 'ਚ ਵਧ ਰਹੀ ਹੈ Today we come to listen to God's word now. ਅੱਜ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਨ ਆਏ ਹਾਂ ਖੁਦਾ ਦੇ ਪਾਕ ਕਲਾਮ ਨੂੰ I want to talk about living to please God. ਔਰ ਅੱਜ ਮੈਂ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਸਾਡਾ ਜੀਵਨ ਪ੍ਰਭੂ ਨੂੰ ਖੁਸ਼ ਕਰ ਸਕਦਾ ਹੈ ਜਾਂ ਆਪਣੀ ਜ਼ਿੰਦਗੀ 'ਚ ਕਿਸ ਤਰ੍ਹਾਂ ਅਸੀਂ ਉਸ ਨੂੰ ਖੁਸ਼ ਕਰ ਸਕਦੇ ਹਾਂ When the word of God comes to you, you will learn the word and you will learn to live according to God's word. ਔਰ ਅਗਰ ਪਰਮੇਸ਼ਰ ਦਾ ਵਚਨ ਤੁਹਾਡੇ ਜੀਵਨ ਵਿੱਚ ਤੁਹਾਡੇ ਕੰਨਾਂ ਨੂੰ ਸੁਣਨ ਨੂੰ ਮਿਲਦਾ ਹੈ ਤੁਸੀਂ ਇਸ ਨੂੰ ਸੁਣੋਗੇ ਔਰ ਇਹਦੇ ਮੁਤਾਬਕ ਆਪਣਾ ਜੀਵਨ ਜੀਓਗੇ But the question before us today is how to live to please God. ਪਰ ਸਵਾਲ ਸਾਡੇ ਪਾਸ ਇਹ ਪੈਦਾ ਹੁੰਦਾ ਕਿ ਅਸੀਂ ਆਪਣੇ ਜੀਵਨ 'ਚ ਪ੍ਰਭੂ ਨੂੰ ਕਿਸ ਤਰ੍ਹਾਂ ਖੁਸ਼ ਰੱਖ ਸਕਦੇ ਹਾਂ I remember reading a story a few years ago. ਪਾਲ ਸਾਹਿਬ ਕਹ ਰਹੇ ਨੇ ਇੱਕ ਕਹਾਣੀ ਮੈਂ ਕੁਝ ਸਾਲ ਪਹਿਲਾਂ ਇਸ ਤਰ੍ਹਾਂ ਪੜ੍ਹੀ ਹੈ This young man tried to please God in his own way. ਇੱਕ ਨੌਜਵਾਨ ਪ੍ਰਭੂ ਪਰਮੇਸ਼ਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੇ ਤਰੀਕੇ ਨਾਲ Of course, he was serving not a living God, but he was serving a God that is locked up in a temple. ਪਰ ਉਹ ਜਿਉਂਦੇ ਪਰਮੇਸ਼ਰ ਦੀ ਉਪਾਸਨਾ ਨਹੀਂ ਬਲਕਿ ਇੱਕ ਖਿੜਕੀ ਵਿੱਚ ਬੰਦ ਆਪਣੇ ਦੇਵੀ ਦੇਵਤੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ His ਕਰਦਾ ਸੀ father used to take a bottle of milk with him to that temple. ਔਰ ਉਸ ਦਾ ਬਾਪ ਜੋ ਉਸ ਦਾ ਪਿਤਾ ਸੀ ਮੰਦਿਰ ਵਿੱਚ ਇੱਕ ਦੁੱਧ ਦੀ ਬੋਤਲ ਜਿਹੜੀ ਜਾਂ ਕੈਨੀ ਲੈ ਕੇ ਜਾਂਦਾ ਸੀ And he opens the temple and there's a statue inside of it. ਔਰ ਉਸ ਦਾ ਬਾਪ ਮੰਦਿਰ ਨੂੰ ਖੋਲਦਾ ਸੀ ਮੰਦਿਰ ਵਿੱਚ ਇੱਕ ਮੂਰਤੀ ਸੀ And he poured that milk in front of that god or goddess. ਔਰ ਉਹ ਬਾਪ ਜਿਹੜਾ ਸੀ ਉਸ ਦੇਵੀ ਦੇਵਤੇ ਅੱਗੇ ਆਪਣਾ ਜਿਹੜਾ ਦੁੱਧ ਸੀ ਉਸ ਨੂੰ ਉਂਡੇਲ ਦਿੰਦਾ ਸੀ ਡੋਲ ਦਿੰਦਾ ਸੀ And then he will try to pray to that god. ਫਿਰ ਉਹ ਆਪਣੇ ਦੇਵੀ ਦੇਵਤੇ ਅੱਗੇ ਇਸ ਤਰ੍ਹਾਂ ਅਰਦਾਸ ਕਰਦਾ ਸੀ ਪ੍ਰਾਰਥਨਾ ਕਰਦਾ ਸੀ But he had a problem. ਲੇਕਿਨ ਉਸ ਆਦਮੀ ਦੀ ਇੱਕ ਮੁਸ਼ਕਲ ਸੀ When he goes to this temple with the milk, there was a cat runs with him all the time. ਔਰ ਜਦੋਂ ਉਹ ਦੁੱਧ ਲੈ ਕੇ ਜਾਂਦਾ ਸੀ ਮੰਦਿਰ ਵਿੱਚ ਉਹਦੇ ਨਾਲ ਇੱਕ ਬਿੱਲੀ ਉਹਦੇ ਨਾਲ ਮੰਦਿਰ ਨੂੰ ਜਾਂਦੀ As ਸੀ soon as the milk is poured before the god can even taste it, the cat drinks all of them up. ਔਰ ਇਸ ਤੋਂ ਪਹਿਲਾਂ ਕਿ ਉਹ ਦੁੱਧ ਨੂੰ ਉਸ ਦੇਵਤੇ ਦੇ ਉੱਤੇ ਡੋਲਦਾ ਸੀ ਜਿਹੜੀ ਬਿੱਲੀ ਸੀ ਦੁੱਧ ਨੂੰ ਪਹਿਲਾਂ ਪੀ ਲੈਂਦੀ ਸੀ So the father died after a few years. ਔਰ ਕੁਝ ਸਾਲਾਂ ਬਾਅਦ ਉਸ ਬਾਪ ਦੀ ਮੌਤ ਹੋ ਗਈ So the son, while from a younger stage, he used to watch his father going with the cat with the bottle of milk to please his god and goddess. ਔਰ ਇਸ ਪੁੱਤਰ ਨੇ ਜਾਣਿਆ ਔਰ ਵੇਖਿਆ ਉਹਦਾ ਬਾਪ ਉਹਦਾ ਪਿਤਾ ਕਿਸ ਤਰ੍ਹਾਂ ਮੰਦਿਰ ਜਾ ਕੇ ਆਪਣੇ ਦੇਵਤੇ ਨੂੰ ਖੁਸ਼ ਕਰਦਾ ਸੀ So ਦੁੱਧ the ਨਾਲ young man thought, what do I do? Dad is dead now. ਔਰ ਨੌਜਵਾਨ ਨੇ ਸੋਚਿਆ ਮੇਰੇ ਬਾਪ ਦੀ ਮੌਤ ਹੋ ਗਈ ਦੁਨੀਆ 'ਚ ਨਹੀਂ ਮੈਂ ਕੀ ਕਰਾਂਗਾ So I have to continue to please his God. ਮੈਂ ਆਪਣੇ ਬਾਪ ਦੀ ਇਸ ਗੱਲ ਨੂੰ ਜਾਰੀ ਰੱਖਾਂਗਾ So he go to Tesco and buy the milk, and he goes, not to Tesco, he go to the shop and get the milk, and he goes to this temple. ਔਰ ਇਸ ਬੇਟੇ ਨੇ ਦੁਕਾਨ ਤੋਂ ਦੁੱਧ ਖਰੀਦਿਆ ਔਰ ਇਸ ਮੰਦਿਰ ਵਿੱਚ ਦੁੱਧ ਲੈ ਕੇ ਗਿਆ And he also pours the milk before the god and goddess. ਔਰ ਆਪਣੇ ਬਾਪ ਵਾਂਗਰ ਪਿਤਾ ਵਾਂਗਰ ਉਸ ਦੇਵੀ ਦੇਵਤੇ ਅੱਗੇ ਦੁੱਧ ਜਿਹੜਾ ਡੋਲਿਆ But the cat drinks the milk all of a sudden. ਔਰ ਉਹ ਬਿੱਲੀ ਫਿਰ ਉਹ ਦੁੱਧ ਪੀ ਗਈ Poor boy, he thought this is the ritual he ought to do as long as he lives to please the God. ਔਰ ਉਸ ਨੌਜਵਾਨ ਨੇ ਸੋਚਿਆ ਸ਼ਾਇਦ ਇਹ ਸਾਡੇ ਧਰਮ ਦੀ ਗੱਲ ਹੈ ਬਾਬਿਆਂ ਪਰਦਾਦਿਆਂ ਦੀ ਕਿਸ ਤਰ੍ਹਾਂ ਸਾਡਾ ਰੱਬ ਖੁਸ਼ ਹੁੰਦਾ ਇਸ ਤਰ੍ਹਾਂ ਕਰਦੇ ਰਹੀਏ Then guess what happened? The cat is dead now. ਔਰ ਸੁਣੋ ਕੀ ਹੋਇਆ ਉਹ ਬਿੱਲੀ ਵੀ ਮਰ ਗਈ So the man thought, how do I please God? I have the milk, but I don't have the cat now. ਔਰ ਨੌਜਵਾਨ ਨੇ ਸੋਚਿਆ ਬਾਪ ਵੀ ਮਰ ਗਿਆ ਬਿੱਲੀ ਵੀ ਮਰ ਗਈ ਪਰ ਦੁੱਧ ਤੇ ਦੇਵਤਾ ਉੱਥੇ ਬੈਠੇ ਨੇ ਹੁਣ ਕੀ ਕਰਾਂਗਾ And he started looking for a cat. ਔਰ ਉਹ ਨੌਜਵਾਨ ਬਿੱਲੀ ਨੂੰ ਦੇਖਣ ਲੱਗਾ ਕੋਈ ਨਵੀਂ ਬਿੱਲੀ ਲੈ ਲਈਏ That is the end of the story, by the way.
ਬਿੱਲੀ ਲਈ ਮਿਲੀ ਕਹਾਣੀ ਖਤਮ ਹੋ ਗਈ। But this is how some people try to please gods and goddesses. ਕਹਿਣ ਦਾ ਮਤਲਬ ਦੁਨੀਆ ਦੇ ਲੋਕ ਆਪਣੇ ਤਰੀਕਿਆਂ ਨਾਲ ਆਪਣੇ ਰੱਬਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ But ਨੇ। we are not talking about such gods and goddesses. ਪਰ ਜਾਣ ਰੱਖੋ ਭੈਣੋ ਭਰਾਵੋ, ਅਸੀਂ ਇਹੋ ਜਿਹੇ ਦੇਵੀ ਦੇਵਤਿਆਂ ਦੀ ਗੱਲ ਨਹੀਂ ਕਰ ਰਹੇ। We are talking about a God who is alive and well. ਅਸੀਂ ਉਸ ਪ੍ਰਭੂ ਦੀ ਗੱਲ ਕਰਦੇ ਹਾਂ ਜੋ ਜਿਉਂਦਾ ਹੈ ਔਰ ਜੋ ਬਿਲਕੁਲ ਠੀਕ ਹੈ। And this God is present among us today. ਔਰ ਇਹ ਪ੍ਰਭੂ ਅੱਜ ਸਾਡੇ ਦਰਮਿਆਨ ਆਤਮਾ ਦੀ ਹੁਜ਼ੂਰੀ ਨਾਲ ਹਾਜ਼ਰ ਹੈ। And his name is Jesus Christ. ਔਰ ਇਸ ਪ੍ਰਭੂ ਦਾ ਨਾਮ ਹੈ ਯੀਸ਼ੂ ਮਸੀਹ। Oh, he was crucified and he was buried when he was on the face of the earth. ਜਦੋਂ ਜ਼ਮੀਨ ਤੇ ਜਿਉਂਦਾ ਸੀ, ਉਸ ਨੂੰ ਸਲੀਬ ਉੱਪਰ ਟੰਗ ਦਿੱਤਾ ਗਿਆ। But on the third day he came back to life. ਤੀਸਰੇ ਦਿਨ ਪ੍ਰਭੂ ਯੀਸ਼ੂ ਮਸੀਹ ਜੀ ਉੱਠਿਆ And Jesus is alive. ਔਰ ਯੀਸ਼ੂ ਮਸੀਹ ਅੱਜ ਜਿਉਂਦਾ ਹੈ। He is transforming lives. ਅੱਜ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਰਿਹਾ ਹੈ He is receiving our praise. ਔਰ ਸਾਡੀ ਪ੍ਰਸ਼ੰਸਾ ਨੂੰ, ਉਪਾਸਨਾ ਨੂੰ, ਉਸਤਤ ਨੂੰ ਸਵੀਕਾਰ ਕਰਦਾ ਹੈ। And he is here to bless us and to heal us and to sanctify ਸਾਡੇ us. ਵਿੱਚ ਆਇਆ ਹੈ ਸਾਨੂੰ ਸ਼ੁੱਧ ਕਰੇ, ਪਵਿੱਤਰ ਕਰੇ, ਆਸ਼ੀਸ਼ ਦੇਵੇ, ਚੰਗਾ ਕਰੇ। Let's look into God's word as to see what the apostle Paul writes about how to please God. ਆਓ ਅਸੀਂ ਪਵਿੱਤਰ ਬਾਈਬਲ ਚੋਂ ਦੇਖੀਏ ਸੰਤ ਪੌਲੁਸ ਕੀ ਲਿਖਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਆਪਣੇ ਪ੍ਰਭੂ ਨੂੰ ਖੁਸ਼ ਰੱਖਣਾ ਚਾਹੀਦਾ ਹੈ। Turn with me to the book of Colossians chapter 1. ਕਲੀਸਿਆਂ ਦਾ ਖਤ ਉਹਦਾ ਪਹਿਲਾ ਚੈਪਟਰ We're going to look from verse number 9. ਔਰ ਉਸ ਦਾ 9ਵੀਂ ਵਰਸ ਨੂੰ ਅਸੀਂ ਪੜਾਂਗੇ ਬਾਈਬਲ ਚੋਂ। Paul says, for this reason we also, since the day we heard it, do not cease to pray for you. ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਤੁਹਾਡੇ ਲਈ ਪ੍ਰਾਰਥਨਾ ਔਰ ਅਰਦਾਸ ਕਰਨ ਤੋਂ ਨਹੀਂ ਹਟਦੇ। And to ask that you may be filled with the knowledge of his will in all wisdom and spiritual understanding. ਭਾਈ ਤੁਸੀਂ ਹਰ ਪ੍ਰਕਾਰ ਦੀ ਆਤਮਿਕ ਗਿਆਨ ਔਰ ਸਮਝ ਨਾਲ ਉਹਦੀ ਇੱਛਾ ਦੀ ਪਹਿਚਾਣ ਤੋਂ ਭਰਪੂਰ ਹੋ ਜਾਓ। That you may walk worthy of the Lord, fully pleasing him. ਤਾਂ ਜੋ ਤੁਸੀਂ ਅਜਿਹੀ ਯੋਗ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਮਨ ਭਾਵੇ। Being fruitful in every good work and increasing in the knowledge of God. ਔਰ ਹਰ ਇੱਕ ਅੱਛੇ ਔਰ ਸ਼ੁਭ ਕਰਮ ਵਿੱਚ ਫਲਦੇ ਜਾਓ ਔਰ ਪਰਮੇਸ਼ਰ ਦੀ ਪਹਿਚਾਣ ਵਿੱਚ ਵਧਦੇ ਰਹੋ। Verse 11, strengthened with all might according to his glorious power for all patience and long suffering with joy. 11 ਆਇਤ 'ਚ ਲਿਖਿਆ ਔਰ ਉਸੇ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਆ ਸਾਰੀ ਸਮਰੱਥਾ ਨਾਲ ਸਮਰਥ ਔਰ ਤਾਕਤਵਾਨ ਹੁੰਦੇ ਜਾਓ। Giving thanks to the Father who has qualified us to be partakers of the inheritance of the saints in the light. ਔਰ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਨ ਸਾਨੂੰ ਇਸ ਯੋਗ ਬਣਾਇਆ ਵੀ ਚਾਨਣ ਵਿੱਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹਿੱਸੇਦਾਰ ਹੋਈਏ। He has delivered us from the power of darkness and conveyed us into the kingdom of the Son of his love. ਔਰ ਉਸਨੇ ਸਾਨੂੰ ਅੰਧਕਾਰ ਹਨੇਰੇ ਵਿੱਚੋਂ ਛੁਡਾ ਕੇ ਆਪਣੇ ਪੁੱਤਰ ਦੇ ਰਾਜ ਔਰ ਬਾਦਸ਼ਾਹੀ ਵਿੱਚ ਦਾਖਲ ਕਰ ਲਿਆ ਹੈ। Verse 14 and last, in whom we have redemption through his blood, the forgiveness of his sins. ਔਰ ਉਸੇ ਦੇ ਵਿੱਚ ਸਾਨੂੰ ਨਿਸਤਾਰਾ ਅਰਥਾਤ ਪਾਪਾਂ ਦੀ ਮਾਫੀ ਮਿਲਦੀ ਹੈ। May the Lord bless the precious reading of his precious word rather. ਪ੍ਰਭੂ ਆਪਣੇ ਵਚਨ ਦੇ ਪੜ੍ਹੇ ਜਾਣ ਉੱਪਰ ਆਸ਼ੀਸ਼ ਦੇਵੇ। What does it mean to live to please God? ਇਸ ਗੱਲ ਦਾ ਕੀ ਮਤਲਬ ਹੈ ਕਿ ਸਾਡਾ ਜੀਵਨ ਪ੍ਰਭੂ ਨੂੰ ਖੁਸ਼ ਕਰਨ ਵਾਲਾ ਹੋਵੇ। As we heard in the story beforehand, many people think and they discover various ways of pleasing God. ਅਸੀਂ ਕਹਾਣੀ ਚੋਂ ਜਾਣਿਆ ਦੁਨੀਆ ਦੇ ਲੋਕ ਵੱਖ-ਵੱਖ ਤਰੀਕਿਆਂ ਨਾਲ ਆਪਣੇ ਪ੍ਰਭੂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ। Some people believe that if you dress nicely and come to church, God is pleased with you. ਕਈ ਲੋਕਾਂ ਦਾ ਯਕੀਨ ਹੈ ਚਰਚ ਵਿੱਚ ਆਓ, ਸੋਹਣੇ ਬਣ ਕੇ, ਸੋਹਣੇ ਵਸਤਰ ਪਾ ਕੇ ਆਓ ਔਰ ਪ੍ਰਭੂ ਖੁਸ਼ ਹੋਏਗਾ। Some others think if you give plenty of money to church or mandir or gurdwara, then God is pleased. ਕਈ ਲੋਕੀ ਯਕੀਨ ਕਰਦੇ ਨੇ ਕਿ ਅਗਰ ਦਾਨ ਪੁੰਨ ਦੇ ਕੰਮ ਕਰੋ, ਚਰਚਾਂ ਵਿੱਚ, ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ ਜਾ ਕੇ ਦਾਨ ਦਿਓ ਤਾਂ ਪ੍ਰਭੂ ਖੁਸ਼ ਰਹੇਗਾ। Others might be saying that let's memorize the whole Bible, then God will be pleased with us. ਕਈ ਲੋਕ ਯਕੀਨ ਕਰਦੇ ਨੇ ਕਿ ਬਾਈਬਲ ਨੂੰ ਮੂੰਹ ਜ਼ਬਾਨੀ ਯਾਦ ਰੱਖੋ, ਪ੍ਰਭੂ ਖੁਸ਼ ਰਹੇਗਾ। Or some people will say, well, I get baptized, then God will be pleased with me. ਕਈ ਲੋਕ ਆਖਣਗੇ ਮੈਂ ਪਾਣੀ ਦਾ ਬਪਤਿਸਮਾ ਲੈ ਲਵਾਂ ਫਿਰ ਪ੍ਰਭੂ ਮੇਰੇ ਨਾਲ ਖੁਸ਼ ਰਹੇਗਾ। Many might say, I will not go to movies, I don't smoke, I don't drink. That way I can please God. ਕਈ ਲੋਕ ਆਖਣਗੇ ਅਸੀਂ ਸਿਨੇਮਾ ਨਹੀਂ ਜਾਂਦੇ, ਸਿਗਰਟ ਨਹੀਂ ਪੀਂਦੇ, ਸ਼ਰਾਬ ਨਹੀਂ ਪੀਂਦੇ, ਮਤਲਬ ਪ੍ਰਭੂ ਸਾਡੇ ਨਾਲ ਖੁਸ਼ ਰਹੇਗਾ। Many of these things I mentioned are very good. ਪਰ ਯਾਦ ਰੱਖੋ ਜਿਹੜੀਆਂ ਗੱਲਾਂ ਦੱਸੀਆਂ ਨੇ ਆਪਣੇ ਆਪ ਵਿੱਚ ਅੱਛੀਆਂ ਆਦਤਾਂ ਨੇ, ਅੱਛੀਆਂ ਗੱਲਾਂ ਨੇ। But have you really thought about whether these things can really please God? ਜਰਾ ਧਿਆਨ ਨਾਲ ਸੋਚੋ ਕਿ ਇਹਨਾਂ ਗੱਲਾਂ ਦੇ ਬਾਵਜੂਦ ਪ੍ਰਭੂ ਸਾਡੇ ਨਾਲ ਖੁਸ਼ ਹੈ ਜਾਂ ਨਹੀਂ। That is something I want to talk to you today about. ਇਹ ਗੱਲ ਅੱਜ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ। There are 4 things I want to mention from the scriptures we read today. 4 ਗੱਲਾਂ ਮੈਂ ਪਵਿੱਤਰ ਬਾਈਬਲ ਚੋਂ ਦੱਸਾਂਗਾ ਜਿਹੜੀਆਂ ਅੱਜ ਪੜ੍ਹੀਆਂ ਨੇ। Paul is emphasizing how you and I can please God. ਸੰਤ ਪੌਲੁਸ ਲਿਖਦਾ ਹੈ ਕਿ ਅਸੀਂ ਔਰ ਤੁਸੀਂ ਪ੍ਰਭੂ ਯਿਸੂ ਨੂੰ ਕਿਸ ਤਰ੍ਹਾਂ ਖੁਸ਼ ਕਰ ਸਕਦੇ ਹਾਂ। The letter of Colossians is written to young Christians in the city of Colossae.
ਕੋਲੋਸੀਆ ਦੇ ਸ਼ਹਿਰ ਵਿੱਚ ਜੋ ਅੱਜ ਵੀ ਹੈ ਸੰਤ ਪੌਲੁਸ ਨੇ ਉਸ ਜ਼ਮਾਨੇ 'ਚ ਦਿਨਾਂ 'ਚ ਇੱਕ ਖਤ ਉਹਨਾਂ ਮਸੀਹ ਲੋਕਾਂ ਨੂੰ ਲਿਖਿਆ Paul had preached the gospel in that area many years ago. ਔਰ ਬਾਈਬਲ ਦੱਸਦੀ ਹੈ ਕਿ ਸੰਤ ਪੌਲੁਸ ਬਾਰ-ਬਾਰ ਇਸ ਇਲਾਕੇ ਜਾ ਕੇ ਪ੍ਰਭੂ ਦਾ ਵਚਨ ਸੁਣਾਇਆ ਕਰਦਾ Then ਸੀ he's writing back to them to see, checking with them how they are growing in Christ. ਫਿਰ ਉਹ ਲਿਖਦਾ ਹੈ ਖਤ ਵਿੱਚ ਕਿ ਕਿਸ ਤਰ੍ਹਾਂ ਮੇਰੇ ਲੋਕ ਪ੍ਰਭੂ ਦੇ ਲੋਕ ਮਸੀਹ ਵਿੱਚ ਵਧ ਰਹੇ ਨੇ And he gives them instructions and advice as to how to grow and become mature in Christ. ਫਿਰ ਇਸ ਖਤ ਵਿੱਚ ਲਿਖਦਾ ਹੈ ਕਿ ਸਾਨੂੰ ਪ੍ਰਭੂ ਵਿੱਚ ਸਮਝਦਾਰ ਸਿਆਣੇ ਬਣਨ ਦੀ ਲੋੜ ਹੈ ਔਰ ਕਿਸ ਤਰ੍ਹਾਂ ਪ੍ਰਭੂ ਵਿੱਚ ਅੱਗੇ ਵਧਣਾ ਹੈ So the most important thing he's mentioning in Colossians is Christ is first and foremost. ਔਰ ਸਭ ਤੋਂ ਜ਼ਰੂਰੀ ਗੱਲ ਅਹਿਮੀਅਤ ਗੱਲ ਇਸ ਖਤ ਵਿੱਚ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਸਾਡੇ ਜੀਵਨ ਦੀ ਪਹਿਲ ਹੈ ਮੁੱਖ ਹਿੱਸਾ ਹੈ Our lives should reflect the life of Jesus. ਸਾਡੇ ਜੀਵਨ ਦੁਆਰਾ ਸਾਡੀ ਜ਼ਿੰਦਗੀ ਦੁਆਰਾ ਪ੍ਰਭੂ ਯਿਸੂ ਮਸੀਹ ਨਜ਼ਰ ਆਉਣਾ ਚਾਹੀਦਾ ਹੈ There are many people, sadly, they call themselves Christians, ਬੜੀ ਉਦਾਸੀ ਦੀ ਗੱਲ ਹੈ ਮਾੜੀ ਗੱਲ ਹੈ ਲੋਕ ਆਪਣੇ ਆਪ ਨੂੰ ਕ੍ਰਿਸਚੀਅਨ ਕਹਿੰਦੇ ਨੇ but they have nothing of Christianity in them. ਪਰ ਉਹਨਾਂ ਵਿੱਚ ਮਸੀਹ ਲੋਕਾਂ ਵਾਲੀ ਕ੍ਰਿਸਚੀਅਨ ਲੋਕਾਂ ਵਾਲੀ ਗੱਲ ਕੋਈ ਨਜ਼ਰ ਆਉਂਦੀ ਨਹੀਂ There are some good names from the Bible, many of us have. ਕਈ ਲੋਕਾਂ ਦੇ ਨਾਮ ਬੜੇ ਸੋਹਣੇ ਸੋਹਣੇ ਨੇ ਬਾਈਬਲ ਚੋਂ ਚੁਣ ਕੇ ਰੱਖੇ ਹੋਏ ਨੇ But if you check your character, it is far away from the character of the biblical person. ਪਰ ਅਗਰ ਤੁਸੀਂ ਉਹਨਾਂ ਦਾ ਚਾਲ ਚਲਨ ਦੇਖੋ ਤਾਂ ਉਹ ਨਾਮ ਦੇ ਨਾਲ ਉਸ ਨਾਮ ਦੀ ਬੇਇੱਜ਼ਤੀ ਕਰਾਉਂਦਾ So ਹੈ calling yourself and myself Christian is good for nothing. ਅਗਰ ਅਸੀਂ ਆਪਣੇ ਆਪ ਨੂੰ ਲੋਕਾਂ ਸਾਹਮਣੇ ਕ੍ਰਿਸਚੀਅਨ ਕਹਾਉਂਦੇ ਹਾਂ ਇਹਦਾ ਕੋਈ ਫਾਇਦਾ ਨਹੀਂ We should live as Christ lived. ਸਾਡਾ ਜੀਵਨ ਉਸ ਤਰ੍ਹਾਂ ਜੀਏ ਜਿਸ ਤਰ੍ਹਾਂ ਮਸੀਹ ਯਿਸੂ ਨੇ ਜੀਆ Nothing short of that. ਇਸ ਤੋਂ ਘੱਟ ਕੋਈ ਵੀ ਚੀਜ਼ ਮੁਮਕਿਨ ਨਹੀਂ ਹੈ And that's the only way we can start pleasing God. ਭੈਣੋ ਪ੍ਰਭੂ ਇੱਕੋ ਇੱਕ ਤਰੀਕਾ ਹੈ ਪ੍ਰਭੂ ਨੂੰ ਖੁਸ਼ ਰੱਖਣ ਦਾ ਕਿ ਸਾਡੇ ਜੀਵਨ 'ਚ ਪ੍ਰਭੂ ਯਿਸੂ ਨਜ਼ਰ ਆਵੇ Let me come to the four reasons. Number one is this. ਪਹਿਲੀ ਗੱਲ ਪ੍ਰਭੂ ਨੂੰ ਖੁਸ਼ ਕਰਨ ਦੀ ਇਹ ਹੈ The life that pleases God will bear fruit ਉਹ always. ਜ਼ਿੰਦਗੀ ਉਹ ਜੀਵਨ ਜੋ ਪ੍ਰਭੂ ਯਿਸੂ ਨੂੰ ਖੁਸ਼ ਕਰਦਾ ਹੈ ਉਹਦੇ ਵਿੱਚ ਯਿਸੂ ਦੇ ਫਲ ਰੂਹ ਦੇ ਫਲ ਨਜ਼ਰ ਆਉਂਦੇ The ਨੇ idea of bearing fruit is not strange to us. ਅਗਰ ਅਸੀਂ ਆਪਣੇ ਜੀਵਨ 'ਚ ਪ੍ਰਭੂ ਦੇ ਰੂਹ ਦੇ ਫਲ ਦਿੰਨੇ ਹਾਂ ਇਹ ਕੋਈ ਅਜੀਬ ਗੱਲ ਨਹੀਂ Sometimes we go to nurseries and buy fruit trees, don't you? ਕਈ ਵਾਰ ਅਸੀਂ ਇਸ ਜਗ੍ਹਾ ਤੇ ਜਾਂਦੇ ਹਾਂ ਜਿੱਥੇ ਅਸੀਂ ਫਲਦਾਇਕ ਪੌਦੇ ਜਾਂ ਬੂਟੇ ਖਰੀਦ ਲਿਆਉਂਦੇ ਹਾਂ And we plant them in our garden. ਔਰ ਉਹਨਾਂ ਪੌਦਿਆਂ ਨੂੰ ਉਹਨਾਂ ਬੂਟਿਆਂ ਨੂੰ ਅਸੀਂ ਆਪਣੇ ਗਮਲਿਆਂ ਵਿੱਚ ਬਗੀਚੇ 'ਚ ਲਗਾਉਂਦੇ ਹਾਂ We take care of it and expecting that the fruit is going to come. ਔਰ ਅਸੀਂ ਉਹਨਾਂ ਦੀ ਰਖਵਾਲੀ ਕਰਦੇ ਹਾਂ ਇੱਕ ਦਿਨ ਇਹ ਬੂਟਾ ਵੱਡਾ ਹੋਏਗਾ ਇਸ ਨੂੰ ਫਲ ਲੱਗਣਗੇ And you look after this plant almost like a little child. ਔਰ ਬੱਚਿਆਂ ਦੀ ਤਰ੍ਹਾਂ ਉਸ ਨੂੰ ਪਾਣੀ ਦੇਈਦਾ ਹੈ ਉਸ ਦੀ ਦੇਖਭਾਲ ਕਰੀਦੀ ਹੈ And you make sure that it grows carefully and nicely and the best fruit will come out of that plant. ਧਿਆਨ ਰੱਖਦੇ ਹਾਂ ਕਿ ਪੌਦਾ ਵੱਡਾ ਹੋਵੇ ਅੱਛਾ ਇਸ ਨੂੰ ਧੁੱਪ ਲੱਗੇ ਸਾਰਾ ਕੁਝ ਮਿਲੇ ਔਰ ਇਹ ਫਲ ਦੇਵੇ But sometimes what happens is you don't get any fruit after months and years of waiting. ਕੀ ਹੁੰਦਾ ਹੈ ਉਸ ਬ੍ਰਿਕਸ਼ ਤੋਂ ਉਸ ਪੌਦੇ ਤੋਂ ਕਈ ਸਾਲਾਂ ਬਾਅਦ ਕਈ ਵਾਰੀ ਫਲ ਨਹੀਂ ਮਿਲਦਾ So it was not value for money, that purchase you ਇਹਦਾ had. ਮਤਲਬ ਜੋ ਕੀਮਤ ਅਦਾ ਕੀਤੀ ਉਹਦਾ ਕੋਈ ਫਾਇਦਾ ਨਹੀਂ ਹੋਇਆ You know what some people do? ਪਤਾ ਕਈ ਲੋਕ ਕੀ ਕਰਦੇ ਨੇ They take that plant back to the nursery where you bought it from. ਫਿਰ ਉਹ ਪੌਦੇ ਨੂੰ ਵਾਪਸ ਜਿੱਥੋਂ ਲੈ ਕੇ ਆਏ ਨੇ ਉੱਥੇ ਲੈ ਜਾਂਦੇ ਨੇ And you tell them, you promise, you advertise, this is a fruit that will come out of this tree. ਤੁਸੀਂ ਸਾਨੂੰ ਦੱਸਿਆ ਸੀ ਇਹ ਲੈ ਜਾਓ ਇਹਨੂੰ ਬੜੇ ਅੱਛੇ ਅੱਛੇ ਫਲ ਲੱਗਣਗੇ ਪਰ ਇਹ ਕੁਝ ਨਹੀਂ ਲੱਗਾ And they show nice pictures of tomatoes or apples or whatever near the tree. ਦੁਕਾਨ ਵਾਲੇ ਤਸਵੀਰਾਂ ਦਿਖਾਉਂਦੇ ਨੇ ਦੇਖੋ ਇਸ ਨੂੰ ਇਹਨਾਂ ਪੌਦੇ ਨੂੰ ਫਲ ਲੱਗਦੇ ਨੇ ਇਹ ਲੱਗਦਾ ਉਹ ਲੱਗਦਾ But you're waiting for 2 years to get at least to see one tomato. ਤੁਸੀਂ ਆਖਿਆ 2 ਸਾਲ ਹੋ ਗਏ ਇਸ ਟਮਾਟੋ ਦੇ ਬ੍ਰਿਕਸ਼ ਨੂੰ ਲੱਗਣ ਲਈ ਇਸ ਜੜੀ ਨੂੰ ਟਮਾਟੋ ਲੱਗਦੇ ਹੀ ਨਹੀਂ Nothing is coming out of that tree. ਕੁਝ ਨਹੀਂ ਹੋਇਆ ਇਸ ਪੌਦੇ ਨੂੰ ਬ੍ਰਿਕਸ਼ ਨੂੰ ਦਰਖਤ ਨੂੰ ਜੋ ਵੀ ਸੀ And you get really angry and frustrated. ਤੁਹਾਨੂੰ ਗੁੱਸਾ ਆਉਂਦਾ ਹੈ ਖਿਜ ਜਾਂਦੇ ਆ ਪਰੇਸ਼ਾਨ ਹੁੰਦੇ You ਆ wasted your time, your energy, your finances. ਤੁਸੀਂ ਆਖਿਆ ਆਪਣਾ ਟਾਈਮ ਆਪਣਾ ਪੈਸਾ ਸਭ ਕੁਝ ਬਰਬਾਦ ਹੋ ਗਿਆ And the fruit tree is still there with the name fruit tree. ਉਹਦਾ ਨਾਮ ਹੈਗਾ ਇਸ ਫਲ ਦੇਣ ਵਾਲਾ ਦਰਖਤ ਤੇ ਉਹਨੂੰ ਫਲ ਉਹ ਲੱਗਦਾ ਹੀ ਨਹੀਂ And it has no fruit on it. ਕੋਈ ਫਲ ਨਹੀਂ ਲੱਗਾ ਉਹਨੂੰ Brothers and sisters, many Christians are like that. ਪਰ ਪ੍ਰਭੂ ਚਰਚ ਵਿੱਚ ਆਉਣ ਵਾਲੇ ਕ੍ਰਿਸਚੀਅਨ ਲੋਕ ਵੀ ਇਹੋ ਜਿਹੇ ਨੇ We have the name fruit tree. ਨਾਮ ਹੈ ਗਿਆ ਮਸੀਹ ਯਿਸੂ ਦਾ ਫਲ ਦੇਣ ਵਾਲੇ ਲੋਕ But sometimes there is no fruit at all. ਸਾਡੀ ਜ਼ਿੰਦਗੀ 'ਚ ਯਿਸੂ ਨਜ਼ਰ ਹੀ ਨਹੀਂ ਆਉਂਦਾ ਲੋਕਾਂ ਨੂੰ Other time, the fruit, in case if it happened to come, it's bitter fruit. ਔਰ ਅਗਰ ਫਲ ਲੱਗ ਵੀ ਜਾਂਦਾ ਤਾਂ ਕੌੜਾ ਨਿਕਲਦਾ It is good for nothing. ਕਹਿੰਦਾ ਮਤਲਬ ਬਿਲਕੁਲ ਬੇਕਾਰ ਦਾ ਨਿਕਲਿਆ Didn't Jesus say like this in John's Gospel, in Matthew's Gospel? ਕੀ ਪ੍ਰਭੂ ਯਿਸੂ ਨੇ ਮੱਤੀ ਦੀ ਕਿਤਾਬ 'ਚ ਇਸ ਤਰ੍ਹਾਂ ਨਹੀਂ ਆਖਿਆ Chapter 7, verses 15 onwards. 7ਵਾਂ ਚੈਪਟਰ 15 ਵਰਸ ਤੋਂ ਅੱਗੇ ਲਿਖਿਆ ਹੈ He says, watch out for false prophets.
ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ। They come to you in sheep's clothing, ਭੇਡਾਂ ਦੀ ਮਾਨਤ ਤੁਹਾਡੇ ਵਿੱਚ ਆਉਂਦੇ ਨੇ, but inwardly they are ferocious wolves. ਪਰ ਅੰਦਰੋਂ ਪਾੜਨ ਵਾਲੇ ਬਘਿਆੜ ਨੇ, ਲੂੰਬੜ ਨੇ। Look at the next statement. Jesus says, by their fruit you will recognize them. ਅਗਲੀ ਦੇਖੋ ਗੱਲ ਜਿਹੜੀ ਪ੍ਰਭੂ ਯਿਸੂ ਨੇ ਆਖੀ, ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਹਿਚਾਨ ਲਓਗੇ। Jesus went on to say like this, ਫਿਰ ਪ੍ਰਭੂ ਯਿਸੂ ਅੱਗੇ ਇਹ ਆਖਦਾ ਹੈ, do people pick grapes from thorn bushes? ਕੀ ਝਾੜੀਆਂ ਤੋਂ ਕੰਡਿਆਲਿਆਂ ਤੋਂ ਫਲ ਲੱਗਦੇ ਨੇ, Or figs from thistles? ਜਾਂ ਫਿਗ ਜਿਹੜੇ ਨੇ ਉਹ ਇਹਨਾਂ ਬੂਟਿਆਂ ਨੂੰ ਲੱਗਦੇ ਨੇ? Likewise, every good tree bears good fruit, ਇਸੇ ਪ੍ਰਕਾਰ ਇੱਕ ਭਲਾ ਬ੍ਰਿਕਸ਼ ਚੰਗਾ ਫਲ ਦਿੰਦਾ ਹੈ, but a bad tree bears bad ਇੱਕ fruit. ਮਾੜਾ ਦਰਖਤ ਮਾੜਾ ਫਲ ਦਿੰਦਾ ਹੈ। A tree that is fruit bearing will bring joy and happiness to the owner. ਉਹ ਬ੍ਰਿਕਸ਼ ਜੋ ਚੰਗਾ ਹੈ, ਪੌਦਾ ਹੈ, ਉਹ ਚੰਗੇ ਫਲ ਆਪਣੇ ਮਾਲਕ ਲਈ ਲੈ ਕੇ ਆਉਂਦਾ ਹੈ। The same way, if you are a follower of Christ, if you are a believer in Jesus, you need to be a productive tree as the Lord leads ਇਸੇ you. ਪ੍ਰਕਾਰ ਭੈਣੋ ਪ੍ਰਭੂ, ਅਗਰ ਤੁਸੀਂ ਯਿਸੂ ਮਸੀਹ ਦੇ ਲੋਕ ਹੋ, ਇਮਾਨਦਾਰ ਵਿਸ਼ਵਾਸੀ ਹੋ, ਯਿਸੂ ਮਸੀਹ ਚਾਹੁੰਦਾ ਤੁਹਾਡੇ ਜੀਵਨ ਚੋਂ ਮਸੀਹ ਦੇ ਫਲ, ਰੂਹ ਦੇ ਫਲ ਨਜ਼ਰ But we ਆਉਣ। must also remember, you cannot have a fruit overnight. ਪਰ ਯਾਦ ਰੱਖੋ, ਫਲ ਕਦੀ ਇੱਕ ਰਾਤ ਵਿੱਚ ਨਹੀਂ ਲੱਗ ਜਾਂਦੇ, Fruitfulness will take time. ਟਾਈਮ ਲੱਗਦਾ ਹੈ, ਸਮਾਂ ਲੱਗਦਾ ਹੈ। These Christians in Colossae, they were born again, they were baptized. ਇਸ ਚਰਚ ਵਿੱਚ ਲਿਖਿਆ, ਕਲੀਸਿਆ ਦੇ ਚਰਚ ਵਿੱਚ ਇਹਨਾਂ ਨੇ ਨਵਾਂ ਜਨਮ ਪਾਇਆ, ਬਪਤਿਸਮਾ ਲਿਆ। And chapter 1, Paul writes, the gospel is producing great fruits around the world. ਔਰ ਪਲੂਸ ਲਿਖਦਾ ਹੈ, ਖੁਦਾ ਦਾ ਬੰਦਾ, ਕਿ ਤੁਹਾਡੀ ਜ਼ਿੰਦਗੀ ਚੋਂ ਬੜੇ ਅੱਛੇ ਅੱਛੇ ਫਲ ਨਜ਼ਰ ਆ And ਰਹੇ it will ਨੇ, produce fruits in you too. ਔਰ ਪ੍ਰਭੂ ਤੁਹਾਡੇ ਅੰਦਰ ਫਲ ਹੋਰ ਲਿਆਵੇ। So it was waiting for many of those believers. ਔਰ ਕਈ ਸਾਲਾਂ ਤੱਕ ਕਈ ਵਿਸ਼ਵਾਸੀਆਂ ਦਾ ਇੰਤਜ਼ਾਰ ਕਰਨਾ ਪਿਆ ਕਿ ਉਹਨਾਂ ਦੇ ਜੀਵਨ ਚੋਂ ਮਸੀਹ ਦੇ ਫਲ ਨਜ਼ਰ And ਆਉਣ। the change did not come and the fruit did not come. ਔਰ ਬੜੀ ਇੰਤਜ਼ਾਰ ਕਰਨ ਦੇ ਬਾਅਦ ਫਲ ਨਹੀਂ ਲੱਗਾ ਔਰ ਇੰਤਜ਼ਾਰ ਕਰਨਾ ਪਿਆ। Paul the apostle writes something about the fruit like this in Galatians chapter 5. ਗਲਾਤੀਆਂ ਦੀ ਕਿਤਾਬ 5ਵੇਂ ਚੈਪਟਰ ਸੰਤ ਪਲੂਸ ਫਲਾਂ ਬਾਰੇ ਇਹ ਗੱਲ ਲਿਖਦਾ ਹੈ। One of the little girls was memorizing the scripture today. ਇੱਕ ਛੋਟੀ ਬੱਚੀ ਜਦੋਂ ਬੱਚੇ ਅੱਗੇ ਆਏ ਗਵਾਹੀ ਦੇਣ ਬਾਈਬਲ ਦੀਆਂ, ਤੇ ਉਹ ਇਹ ਕਹਿ ਰਹੀ ਸੀ, Verses 19 onwards, 19 ਆਇਤ ਤੋਂ ਅੱਗੇ ਲਿਖਿਆ ਹੈ। and I'm going to read in a different translation now. ਮੈਂ ਇੱਕ ਵੱਖਰੀ ਟ੍ਰਾਂਸਲੇਸ਼ਨ ਦੇ ਵਿੱਚ ਮੈਂ ਇਹ ਗੱਲ It ਆਖਾਂਗਾ। is a new living translation of the Bible. ਬਾਈਬਲ ਦੀ ਇੱਕ ਨਿਊ ਲਿਵਿੰਗ ਟ੍ਰਾਂਸਲੇਸ਼ਨ ਹੈ, ਉਹਦੇ ਵਿੱਚ ਇਸ ਤਰ੍ਹਾਂ ਲਿਖਿਆ Paul ਹੈ, says, when you follow the desires of your sinful nature, ਜਦੋਂ ਤੁਸੀਂ ਪਾਪ ਦੀਆਂ ਇੱਛਾਵਾਂ ਦੇ ਮਗਰ ਚੱਲਦੇ ਹੋ, your lives will produce these evil results. ਤੁਹਾਡੇ ਜੀਵਨ ਚੋਂ ਬੁਰਾਈ ਔਰ ਪਾਪ ਦੇ ਫਲ ਨਜ਼ਰ ਆਉਣਗੇ। What are they? ਉਹ ਪਾਪ ਦੇ ਫਲ ਕੀ ਨੇ? Sexual immorality, ਹਰਾਮਕਾਰੀ, ਵਿਆਹ ਸ਼ਾਦੀਆਂ ਤੋਂ ਪਹਿਲਾਂ ਔਰਤਾਂ ਮਰਦਾਂ ਨਾਲ ਸੌਣਾ ਪੈਣਾ, impure thoughts, ਤੁਹਾਡੇ ਮਨ ਦੇ ਵਿਚਾਰ ਗੰਦੇ, eagerness for lustful pleasure, ਔਰ ਜਿਸਮ ਦੀਆਂ ਚਾਹਵਾਂ ਨੂੰ ਪੂਰੀਆਂ ਕਰਨ ਦੀ ਇੱਛਾ, idolatry, ਔਰ ਮੂਰਤੀ ਪੂਜਾ, participation in demonic activities, ਔਰ ਭੂਤ ਪ੍ਰੇਤਾਂ ਦੇਵੀ ਦੇਵਤਿਆਂ ਦੇ ਪਿੱਛੇ ਲੱਗ ਜਾਣਾ, hostility and quarreling, ਔਰ ਲੜਾਈ ਝਗੜਾ ਫਸਾਦ ਦੇ ਵਿੱਚ ਪੈ ਜਾਣਾ, jealousy and outbursts of anger, ਨਫ਼ਰਤ, ਈਰਖਾ, ਕ੍ਰੋਧ, ਗੁੱਸੇਖਾਰ, selfish ambition, ਆਪਣਾ ਸਵਾਰਥੀਪਨ ਮਤਲਬੀ ਬਣ ਜਾਣਾ, divisions, ਔਰ ਫੁੱਟਾਂ ਪਾਉਣੀਆਂ, and the feeling that everyone is wrong except you, ਔਰ ਤੁਸੀਂ ਸੋਚਣਾ ਕਿ ਅਸੀਂ ਸਹੀ ਹਾਂ, ਬਾਕੀ ਲੋਕ ਗਲਤ ਨੇ, or those in your own group. ਔਰ ਆਪਣੇ ਲੋਕਾਂ ਦੇ ਨਾਲ ਜੁੜੇ ਰਹਿਣਾ, Then the list goes on: envy and drunkenness, ਔਰ ਸ਼ਰਾਬ ਪੀਣੀ, ਸ਼ਰਾਬੀ ਹੋ ਜਾਣਾ, wild parties, ਔਰ ਬੜੀ ਬੜੀਆਂ ਪਾਰਟੀਆਂ, ਨਸ਼ੇਬਾਜ਼ੀਆਂ ਚਲੇ and other ਜਾਣਾ, kinds of sin. ਔਰ ਇਹੋ ਜਿਹੇ ਪਾਪਾਂ ਵਿੱਚ ਜੁਟੇ ਰਹਿਣਾ। Believers, when you go for a party, ਇਹ ਵਿਸ਼ਵਾਸੀ ਲੋਗੋ, ਜਦੋਂ ਕਿਸੇ ਪਾਰਟੀ ਤੇ ਜਾਂਦੇ ਹੋ, or when you are organizing a party, ਜਾਂ ਤੁਸੀਂ ਘਰ ਵਿੱਚ ਰਿਸ਼ਤੇਦਾਰਾਂ ਵਿੱਚ ਵਿਆਹ ਸ਼ਾਦੀ ਤੇ ਕੋਈ ਪਾਰਟੀ ਕਰ ਰਹੇ make ਹੋ, sure Jesus is a center of that party. ਯਾਦ ਰੱਖਣਾ ਪ੍ਰਭੂ ਯਿਸੂ ਮਸੀਹ ਉਸ ਪਾਰਟੀ ਦਾ ਮੁੱਖ ਹਿੱਸਾ ਹੈ। Whether it is 18th birthday or 21st birthday, ਭਾਵੇਂ 21ਵਾਂ ਜਨਮ ਦਿਨ ਹੈ, ਭਾਵੇਂ 80ਵਾਂ ਜਨਮ ਦਿਨ ਹੈ, make sure Christ is honored in that party. ਯਾਦ ਰੱਖਣਾ ਇਸ ਪਾਰਟੀ ਵਿੱਚ, ਫੰਕਸ਼ਨ ਵਿੱਚ ਪ੍ਰਭੂ ਯਿਸੂ ਦਾ ਨਾਮ ਉੱਚਾ ਹੋਵੇ। There should not be any alcohol there. ਨਾ ਸ਼ਰਾਬ ਰਿਸ਼ਤੇਦਾਰਾਂ ਨੂੰ ਪਿਲਾਉਣੀ, ਉਹਨਾਂ ਨੂੰ ਖੁਸ਼ ਕਰਨ ਲਈ। Any alcoholic come, you can tell them go outside and drink. ਅਗਰ ਰਿਸ਼ਤੇਦਾਰ ਆਉਣ ਘਰ ਵੀ ਸ਼ਰਾਬ ਪੀਣ ਨੂੰ ਕਹਿੰਦੇ, ਸਾਡੇ ਘਰ ਨਾ ਪੀਓ, ਬਾਹਰ ਜਾ ਕੇ Go ਜਿੰਨੀ ਮਰਜ਼ੀ ਪੀਓ, outside and dance. ਬਾਹਰ ਜਾ ਕੇ ਸ਼ਰਾਬ ਪੀ ਕੇ ਭੰਗੜੇ ਪਾਓ। There is nothing like that inside where God's people are. ਸਾਡੇ ਘਰ ਵਿੱਚ ਸ਼ਰਾਬ ਨਾ ਪੀਵੋ, ਅਸੀਂ ਪ੍ਰਭੂ ਯਿਸੂ ਦੇ ਲੋਕ ਹਾਂ। See, living to please God. ਇਹਦਾ ਮਤਲਬ ਅਸੀਂ ਪ੍ਰਭੂ ਨੂੰ ਖੁਸ਼ ਕਰਨ ਲਈ ਜ਼ਿੰਦਗੀ ਜੀ ਰਹੇ, ਨਾ ਕਿ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਲਈ In ਜੀ a ਰਹੇ। party, you and I, we want to please the people. ਅਸੀਂ ਕੀ ਕਰਦੇ ਹਾਂ? ਅਸੀਂ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਲਈ ਲੋਕਾਂ ਨੂੰ ਖੁਸ਼ But ਕਰਦੇ when you're ਹਾਂ। pleasing the people, you're displeasing Jesus. ਪਰ ਯਾਦ ਰੱਖੋ, ਜਦੋਂ ਅਸੀਂ ਲੋਕਾਂ ਨੂੰ ਖੁਸ਼ ਕਰਦੇ ਹਾਂ, ਅਸੀਂ ਪ੍ਰਭੂ ਨੂੰ ਨਾਰਾਜ਼ ਕਰਦੇ I ਹਾਂ। rather please God. ਪਾਦ ਸਾਹਿਬ ਕਹਿੰਦੇ, ਮੈਂ
ਇਸ ਤੋਂ ਵੱਧ ਪ੍ਰਭੂ ਨੂੰ ਖੁਸ਼ ਰੱਖਾਂ ਬਲਕਿ But ਰਿਸ਼ਤੇਦਾਰਾਂ when the ਨੂੰ Holy Spirit controls a person, ਜਦੋਂ ਪਵਿੱਤਰ ਆਤਮਾ ਕਿਸੇ ਇਨਸਾਨ ਦੀ ਜ਼ਿੰਦਗੀ ਤੇ ਪੂਰਾ ਹੱਕ ਰੱਖਦਾ ਹੈ he will produce this kind of fruit. ਔਰ ਉਹ ਪਵਿੱਤਰ ਆਤਮਾ ਦੇ ਦੁਆਰਾ ਉਸ ਭਾਈ ਭੈਣ ਦੀ ਜ਼ਿੰਦਗੀ 'ਚ ਇਹ ਫਲ ਆਣਗੇ Love, joy, peace, ਪਿਆਰ ਖੁਸ਼ੀ ਔਰ ਸ਼ਾਂਤੀ patience and kindness, ਧੀਰਜ ਦਿਆਲਗੀ goodness and faithfulness, ਭਲਾਈ ਔਰ ਵਫਾਦਾਰੀ gentleness and self-control. ਪੱਧਰਪੁਣਾ ਔਰ ਆਪਣੇ ਉੱਤੇ ਕਾਬੂ ਰੱਖਣਾ That's the fruit God is expecting from ਇਹ us. ਅੱਛੇ ਫਲ ਨੇ ਰੂਹ ਦੇ ਇਨਸਾਨਾਂ ਦੇ ਅੰਦਰ How do you know whether you are a fruit-bearing tree? ਅੱਜ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਤੁਸੀਂ ਉਹ ਬ੍ਰਿਕਸ਼ ਹੋ ਪੌਦਾ ਹੋ ਜਿਹਦੇ ਚੋਂ ਮਸੀਹ ਦੇ ਫਲ ਲੱਗਦੇ ਨੇ Shake a bit. ਆਪਣੇ ਆਪ ਨੂੰ ਹਿਲਾਓ If you, ਜਗਾਓ। if you shake a small or a mango tree, all the fruit will come down. ਅਗਰ ਅੰਬ ਦੇ ਦਰਖਤ ਨੂੰ ਹਿਲਾਓਗੇ ਸਾਰੇ ਅੰਬ ਥੱਲੇ ਗਿਰ ਜਾਣਗੇ And some of us, we've been shaken for so long, but there is no fruit coming down. ਸਾਨੂੰ ਲੋਕਾਂ ਨੇ ਸ਼ੈਤਾਨ ਨੇ ਬੜਾ ਹਿਲਾਇਆ ਤਾਂ ਫਲ ਥੱਲੇ ਡਿੱਗਦੇ ਹੀ ਨਹੀਂ Make sure when the shaking come, you will have your fruits. ਜਦੋਂ ਦੁਨੀਆ ਦੀਆਂ ਤਾਕਤਾਂ ਕੋਈ ਚੀਜ਼ ਸਾਨੂੰ ਹਿਲਾ ਦੇਵੇ ਸਾਡੇ ਚੋਂ ਮਿੱਠੇ ਫਲ ਨਿਕਲਣ ਨਾ ਕੌੜੇ ਡਿੱਗਣ A person who is living to please God ਉਹ ਇਨਸਾਨ ਭਾਈ ਭੈਣ ਜਿਹੜਾ ਮਸੀਹ ਪ੍ਰਭੂ ਨੂੰ ਖੁਸ਼ ਕਰਨ ਲਈ ਜ਼ਿੰਦਗੀ ਜੀਂਦਾ ਹੈ will begin to see changes in the values and in all the things he or she does. ਜੋ ਵੀ ਉਹ ਕਰਦੇ ਨੇ ਉਹਨਾਂ ਦੀ ਕਦਰ ਹੈ ਕੀਮਤ ਹੈ ਇੱਜ਼ਤ ਹੈ Those living together outside of marriage, when they're converted, they will get married. ਉਹ ਲੋਕ ਜੋ ਸ਼ਾਦੀ ਤੋਂ ਪਹਿਲਾਂ ਇਕੱਠੇ ਸਹੁੰ ਪੈ ਰਹੇ ਨੇ ਉਹ ਸ਼ਾਦੀ ਤੋਂ ਬਾਅਦ ਸ਼ਾਦੀ ਕਰਵਾ ਕੇ ਬਦਲਣਾ ਚਾਹੁੰਦੇ ਨੇ Cohabitation is kind of famous in these countries now. ਇਸ ਜ਼ਮਾਨੇ 'ਚ ਇਸ ਮੁਲਕ 'ਚ ਲੋਕ ਸ਼ਾਦੀ ਤੋਂ ਪਹਿਲਾਂ ਹੀ ਇੱਕ ਦੂਸਰੇ ਨਾਲ ਜਿਹੜਾ ਸੰਬੰਧ ਕਾਮਯਾਬ ਕਰਦੇ ਨੇ ਰਿਸ਼ਤਾ ਬਣਾਉਂਦੇ ਨੇ Let me tell you, brothers and sisters, it is a curse. ਪਰ ਭਰਾਵੋ ਬਾਈਬਲ ਦੇ ਹਿਸਾਬ ਨਾਲ ਇਹ ਸ਼ਰਾਪ ਹੈ God wants a husband and a wife to be married together with a covenant. ਪ੍ਰਭੂ ਦੀ ਇੱਛਾ ਹੈ ਕਿ ਜੋੜੇ ਦੀ ਲੜਕੇ ਲੜਕੀ ਦੀ ਸ਼ਾਦੀ ਪ੍ਰਭੂ ਦੀ ਪਵਿੱਤਰ ਹਜ਼ੂਰੀ 'ਚ ਲੋਕਾਂ ਦੇ ਸਾਹਮਣੇ ਸ਼ਾਦੀ ਹੋ ਜਾਵੇ ਪਹਿਲਾਂ Those who are cheating others will begin to deal honestly when the fruit of Jesus comes into you. ਔਰ ਜਿਹੜੇ ਲੋਕ ਇੱਕ ਦੂਜੇ ਨੂੰ ਧੋਖਾ ਦਿੰਦੇ ਨੇ ਪਤਾ ਲੱਗੇਗਾ ਜਦੋਂ ਯਿਸੂ ਸਾਹਮਣੇ ਆਏਗਾ Those who have been abusive in their speech will move toward kindness in their speech. ਔਰ ਜਿਹੜੇ ਲੋਕ ਦੂਸਰਿਆਂ ਨੂੰ ਬੁਰਾ ਬੋਲਦੇ ਨੇ ਆਪਣੀ ਬੋਲੀ ਵਿੱਚ ਪ੍ਰਭੂ ਯਿਸੂ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਦੇਗਾ Those who are angry and those who are really violent, they'll begin to show the humble nature in their lives. ਜਿਹੜੇ ਗੁੱਸੇਖੋਰ ਨੇ ਕਰੋਧੀ ਨੇ ਪ੍ਰਭੂ ਉਹਨਾਂ ਨੂੰ ਬਦਲ ਦੇਗਾ ਉਹ ਹਲੀਮ ਹੋ ਜਾਣਗੇ Listen to what Jesus said in John 15 verse 4. ਸੁਣੋ ਪ੍ਰਭੂ ਯਿਸੂ ਕੀ ਆਖਦਾ ਹੈ ਯੋਹਨਾ ਦੀ ਕਿਤਾਬ 15 ਚੈਪਟਰ ਦੀ 4 He ਵਰਸ says, ਵਿੱਚ remain in me and I will remain in you. ਮੇਰੇ ਵਿੱਚ ਬਣੇ ਰਹੋ ਮੈਂ ਤੁਹਾਡੇ ਵਿੱਚ ਬਣਿਆ ਰਹਾ No branch can bear fruit by itself. ਕੋਈ ਵੀ ਟਹਿਣੀ ਆਪਣੇ ਆਪ ਫਲ ਨਹੀਂ ਦੇ ਸਕਦੀ It must remain in the vine. ਅਗਰ ਟਾਹਣੀਆਂ ਨੇ ਤਾਂ ਟਾਹਣੀਆਂ ਪੌਦੇ ਵਿੱਚ ਬਣੀਆਂ ਰਹਿਣ Neither can you bear fruit unless you remain in me, Jesus says. ਪ੍ਰਭੂ ਯਿਸੂ ਆਖਦਾ ਨਾ ਤੁਸੀਂ ਫਲ ਦਿਓਗੇ ਅਗਰ ਤੁਸੀਂ ਮੇਰੇ ਤੋਂ ਬਾਹਰ ਚਲੇ ਜਾਓਗੇ We don't want to go out and bear fruit. ਅਸੀਂ ਮਸੀਹ ਤੋਂ ਬਾਹਰ ਹੋ ਕੇ ਫਲ ਨਹੀਂ ਦੇਣਾ ਚਾਹੁੰਦੇ We seek to draw closer to him and bear fruit. ਸਾਨੂੰ ਚਾਹੀਦਾ ਹੈ ਮਸੀਹ ਦੇ ਨੇੜੇ ਹੋ ਜਾਈਏ ਤਾਂ ਕਿ ਮਸੀਹ ਵਰਗੇ ਫਲਦਾਇਕ ਬਣ ਜਾਈਏ Some people think that working hard will make me a good Christian. ਕਈ ਲੋਕ ਕਹਿੰਦੇ ਨੇ ਮਿਹਨਤ ਜ਼ਿਆਦਾ ਕਰਕੇ ਅਸੀਂ ਭਲੇ ਮਸੀਹ ਲੋਕ ਬਣ ਜਾਾਂਗੇ It is not trying hard but drawing closer to him. ਕੋਸ਼ਿਸ਼ ਜ਼ਿਆਦਾ ਕੋਸ਼ਿਸ਼ ਕੰਮ ਕਰਕੇ ਨਹੀਂ ਬਲਕਿ ਜ਼ਿਆਦਾ ਕੋਸ਼ਿਸ਼ ਪ੍ਰਭੂ ਦੇ ਨੇੜੇ ਹੋ ਕੇ ਹੈ Oh, praise the name of the Lord that we can draw closer to him at any time and all the time. ਪ੍ਰਭੂ ਦੀ ਮਹਿਮਾ ਹੋਵੇ ਅਸੀਂ ਪ੍ਰਭੂ ਯਿਸੂ ਪਾਸ ਕਦੇ ਵੀ ਕਿਸੇ ਵੀ ਟਾਈਮ ਨੇੜੇ ਆ ਸਕਦੇ ਹਾਂ Let me go to the second thing I want to say. ਦੂਸਰੀ ਗੱਲ ਮੈਂ ਦੱਸਣੀ ਚਾਹੁੰਦਾ ਹਾਂ Living to please God. ਪ੍ਰਭੂ ਨੂੰ ਖੁਸ਼ ਕਰਨ ਲਈ ਇਸ ਤਰ੍ਹਾਂ ਜੀਣਾ First of all, you will bear fruit for ਪਹਿਲੀ Jesus. ਗੱਲ ਸਾਡੀ ਜ਼ਿੰਦਗੀ ਫਲਦਾਇਕ ਹੋਵੇ Secondly, you will have a desire to know God better. ਦੂਸਰੀ ਗੱਲ ਸਾਡੇ ਦਿਲ ਦੀ ਤਮੰਨਾ ਚਾਹਨਾ ਇਹ ਹੋਵੇ ਕਿ ਪ੍ਰਭੂ ਨੂੰ ਹੋਰ ਅੱਛੀ ਤਰ੍ਹਾਂ ਜਾਣ ਲਈਏ It says in the scripture, verse number 10, we read. ਕੋਲੀਸ਼ੀਅਨ ਦੀ ਕਿਤਾਬ ਪਹਿਲਾ ਚੈਪਟਰ 10ਵੀਂ ਵਰਸ ਵਿੱਚ He ਸਾਫ਼-ਸਾਫ਼ ਲਿਖਿਆ says, increasing in the knowledge of God. ਪ੍ਰਭੂ ਦੇ ਗਿਆਨ ਵਿੱਚ ਸਮਝ ਵਿੱਚ ਪਹਿਚਾਨ ਵਿੱਚ ਵਧਦੇ ਜਾਓ This is one of the reasons we encourage everyone to learn the scriptures. ਇਸੇ ਕਰਕੇ ਅਸੀਂ ਚਰਚ ਵਿੱਚ ਸਾਰੇ ਭੈਣ ਭਰਾਵਾਂ ਨੂੰ ਕਹਿੰਦੇ ਆ ਕਿ ਬਾਈਬਲ ਨੂੰ ਪੜੋ ਸੁਣੋ ਬਾਈਬਲ ਦੀ ਸਮਝ ਵਿੱਚ ਵੱਧ ਜਾਓ No matter how spiritual, how much you speak in tongues and prophesy, if you do not read the word of God, your life is not a balanced life. ਭਾਵੇਂ ਤੁਸੀਂ ਨਬੂਵਤਾਂ ਕਰੋ ਭਵਿੱਖ ਬਾਣੀਆਂ ਕਰੋ ਜੋ ਮਰਜ਼ੀ ਵੀ ਕਰੋ ਪਰ ਅਗਰ ਤੁਹਾਡੇ ਦਿਲ ਵਿੱਚ ਜੀਵਨ 'ਚ ਬਾਈਬਲ ਨਹੀਂ ਹੈ ਨੌਲੇਜ ਨਹੀਂ ਬਾਈਬਲ ਦੀ ਸਮਝ ਨਹੀਂ ਤੁਸੀਂ ਖਾਲੀ ਹੋ Knowing God intimately and in a better way. ਪ੍ਰਭੂ ਨੂੰ ਜਾਣਨਾ ਪਹਿਚਾਨਣਾ ਆਪਣੇ ਜੀਵਨ ਵਿੱਚ ਰਿਸ਼ਤੇ ਨਾਲ ਅੱਛੀ ਗੱਲ ਹੈ Have you managed to grow a bit more closer to Jesus since last year? ਪਿਛਲੇ ਸਾਲ ਤੋਂ ਇਸ ਸਾਲ ਵਿੱਚ ਕੀ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਮਸੀਹ ਪ੍ਰਭੂ ਵਿੱਚ ਜ਼ਿਆਦਾ ਸਾਡਾ ਰਿਸ਼ਤਾ Or ਬਣ ਗਿਆ ਜਾਂ ਵੱਧ ਗਿਆ are you distancing
from Jesus since last year. ਜਾਂ ਪਿਛਲੇ ਸਾਲ ਤੋਂ ਅੱਜ ਦੇ ਦਿਨ ਤੱਕ ਅਸੀਂ ਪ੍ਰਭੂ ਤੋਂ ਦੂਰ ਹੁੰਦੇ ਜਾ ਰਹੇ ਹਾਂ। You must think about that very carefully. ਭੈਣੋ ਭਰਾਵੋ, ਬਜ਼ੁਰਗੋ, ਭੈਣੋ ਭਰਾਵੋ, ਧਿਆਨ ਨਾਲ ਸੁਣੋ ਇਸ I ਗੱਲ hear ਨੂੰ। many people say, Pastor, too busy, work, family, pressure. I have no time to read the Bible, no time to pray. ਲੋਕੀ ਕਹਿੰਦੇ ਅਸੀਂ ਬਹੁਤ ਬਿਜ਼ੀ ਹਾਂ, ਸਾਡੇ ਪਾਸ ਟਾਈਮ ਨਹੀਂ ਬਾਈਬਲ ਪੜ੍ਹਨ ਲਈ, ਸਾਡੇ ਪਾਸ ਟਾਈਮ ਨਹੀਂ ਦੁਆ ਕਰਨ ਲਈ, ਅਸੀਂ ਬਿਜ਼ੀ ਹਾਂ, ਇਹ ਕਰਦੇ ਹਾਂ, ਉਹ ਕਰਦੇ ਹਾਂ। Everybody is busy somehow. ਯਾਦ ਰੱਖੋ, ਦੁਨੀਆ ਦਾ ਹਰ ਇਨਸਾਨ ਬਿਜ਼ੀ ਹੈ But ਕਿਸੇ we ਨਾ ਕਿਸੇ। must find time to seek God. ਪਰ ਅਸੀਂ ਕੋਸ਼ਿਸ਼ ਤਾਂ ਕਰੀਏ ਪ੍ਰਭੂ ਨੂੰ ਢੂੰਡਣ ਦੀ। We must grow in the knowledge of God. ਪ੍ਰਭੂ ਦੇ ਗਿਆਨ, ਸਮਝ, ਬੁੱਧ, ਉਹਦੇ ਵਚਨ, ਕਲਾਮ ਦੇ ਵਿੱਚ To ਵੱਧ get to know God and His purposes in our lives. ਪ੍ਰਭੂ ਨੂੰ ਜਾਣ ਲਈਏ, ਉਹਦੇ ਮਕਸਦ ਨੂੰ, ਉਹਦੇ ਮਤਲਬ ਨੂੰ, ਜੋ ਨੇ ਜ਼ਿੰਦਗੀ 'ਚ ਸਾਡੀ ਸਥਾਨਿਆ, ਉਸ ਨੂੰ ਜਾਣ ਲਈਏ। A lot of us, we come to God only to get something from Him. ਸਾਡੇ ਵਿੱਚੋਂ ਬਹੁਤੇ ਅਕਸਰ ਪ੍ਰਭੂ ਪਾਸ ਇਸ ਲਈ ਆਉਂਦੇ ਨੇ ਕਿ ਸਾਡਾ ਫਾਇਦਾ ਹੋ ਜਾਏ, ਸਾਡੀ ਦੁਆ ਸੁਣੀ ਜਾਏ, ਸਾਡਾ ਭਲਾ ਹੋ Let ਜਾਏ। me put it this way. Do you like the presence of Jesus or do you like the packaged presence of Jesus to you? ਜੇ ਮੈਂ ਤੁਹਾਨੂੰ ਇਹ ਸਵਾਲ ਪੁੱਛਦਾ, ਤੁਹਾਨੂੰ ਪ੍ਰਭੂ ਦੀ ਹਜ਼ੂਰੀ ਅੱਛੀ ਲੱਗਦੀ ਹੈ ਜਾਂ ਪ੍ਰਭੂ ਦੀ ਹਜ਼ੂਰੀ ਵਿੱਚ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਉਹ ਅੱਛੀਆਂ ਲੱਗਦੀਆਂ A ਨੇ? lot of us will come with the open hand. Lord, have you brought something for me this Sunday? Just give it to me. I'll go. I'll see you next ਔਰ Sunday. ਬਹੁਤੇ ਲੋਕਾਂ ਦਾ ਖਿਆਲ ਹੈ ਚਰਚ ਜਾਵਾਂਗੇ ਜਾਂ ਪ੍ਰਭੂ ਯਿਸੂ ਨੂੰ ਮੰਨਾਂਗੇ ਤਾਂ ਕਿ ਸਾਡਾ ਫਾਇਦਾ ਹੋ ਜਾਏ, ਸਾਨੂੰ ਚੀਜ਼ਾਂ ਮਿਲ ਜਾਣ। That is very, very cheap Christianity. ਇਹ ਬੜੀ ਸਸਤੀ ਬੇਕਦਰੀ ਵਾਲੀ ਮਸੀਹਤ ਹੈ। You cannot bear fruit. You cannot please God by just coming and grabbing what Jesus has for you and going your way. ਕਦੀ ਵੀ ਅਸੀਂ ਸਮਝਦਾਰ ਲੋਕ ਨਹੀਂ ਬਣਾਂਗੇ ਅਗਰ ਮਸੀਹ ਪਾਸ, ਪ੍ਰਭੂ ਪਾਸ ਆਉਨੇ ਆ ਸਿਰਫ ਆਪਣਾ ਫਾਇਦਾ ਪੂਰਾ ਕਰਨ ਲਈ। Imagine if your children come to you only when they need something. ਜਰਾ ਸੋਚੋ, ਅਗਰ ਤੁਹਾਡੇ ਬੱਚੇ ਤੁਹਾਡੇ ਪਾਸ ਉਦੋਂ ਹੀ ਆਉਣ, ਤੁਹਾਨੂੰ ਬੁਲਾਉਣ ਜਦੋਂ ਉਹਨਾਂ ਨੂੰ ਕੋਈ ਲੋੜ ਹੋਵੇ, Would you feel that they really love you? ਤੁਸੀਂ ਜਾਣੋਗੇ ਤੁਹਾਡੇ ਬੱਚੇ ਸੱਚਮੁੱਚ ਤੁਹਾਡੀ ਕਦਰ ਕਰਦੇ, ਪਿਆਰ ਕਰਦੇ ਆ। They come to you, Mom, Dad, can I have this? Can I have this? ਮੰਮੀ ਡੈਡੀ ਮੈਨੂੰ ਆਹ ਜ਼ਰੂਰਤ ਹੈ, ਇਹ ਚੀਜ਼ ਚਾਹੀਦੀ ਹੈ, ਮੈਨੂੰ ਇਹ ਲੈ ਦਿਓ, ਮੈਨੂੰ ਉਹ ਲੈ ਦਿਓ। If that's the only time the children come to you, ਅਗਰ ਉਹੀ ਵਕਤ ਬੱਚੇ ਤੁਹਾਡੇ ਪਾਸ ਆਉਂਦੇ ਨੇ ਜਦੋਂ ਉਹਨਾਂ ਨੂੰ ਕੋਈ ਲੋੜ ਪੈਂਦੀ ਹੈ, they don't really love you. ਇਹਦਾ ਮਤਲਬ ਬੱਚਿਆਂ ਨੂੰ ਮਾਂ-ਬਾਪ ਦੀ ਲੋੜ ਨਹੀਂ, ਤੁਹਾਨੂੰ ਪਿਆਰ They ਨਹੀਂ ਕਰਦੇ। love what you're going to give to them. ਬੱਚੇ ਉਹ ਚੀਜ਼ਾਂ ਨੂੰ ਪਿਆਰ ਕਰਦੇ ਜਿਹੜੀਆਂ ਤੁਸੀਂ ਮਾਂ-ਬਾਪ ਨੂੰ ਲੈ ਕੇ ਦਿੰਦੇ ਨੇ। Christians, some of us are like that. ਐ ਖੁਦਾ ਦੇ ਲੋਗੋ, ਸਾਡੇ ਵਿੱਚੋਂ ਕਈ ਇਹੋ ਜਿਹੇ We ਲੋਕ, don't love the Lord. We don't know the Lord. ਅਸੀਂ ਪ੍ਰਭੂ ਨੂੰ ਜਾਣਦੇ ਵੀ ਨਹੀਂ, ਪ੍ਰਭੂ ਨੂੰ ਪਿਆਰ ਵੀ ਨਹੀਂ ਕਰਦੇ। We just heard if you become Christian, your sickness will be gone. ਅਸੀਂ ਲੋਕਾਂ ਕੋ ਸੁਣ ਲਿਆ, ਅਗਰ ਮਸੀਹ ਨੂੰ ਮੰਨ ਲਓ ਤੁਹਾਡੀ ਬਿਮਾਰੀ ਚਲੀ ਜਾਏਗੀ। You heard if you become Christian, that's the easy way to go to heaven. ਤੁਸੀਂ ਸੁਣਿਆ ਅਗਰ ਯਿਸੂ ਨੂੰ ਕਬੂਲ ਕਰ ਲਵੋ ਅਸੀਂ ਸਵਰਗ ਵਿੱਚ ਚਲੇ Or ਜਾਵਾਂਗੇ। you heard if you change your name into a Christian name, you can get a job easily. ਅਸੀਂ ਜਾਣਿਆ ਅਗਰ ਅਸੀਂ ਆਪਣਾ ਨਾਮ ਬਦਲ ਲਵਾਂਗੇ ਸਾਨੂੰ ਜੌਬ ਜਿਹੜੀ ਮਿਲ ਜਾਏਗੀ। Or if you become a member of a church, you can get your immigration status straight away. ਚਰਚ ਦੇ ਮੈਂਬਰ ਬਣ ਜਾਗੇ, ਇਮੀਗ੍ਰੇਸ਼ਨ ਵਿੱਚ ਸਾਨੂੰ ਮੋਹਰ ਲੱਗ ਜਾਏਗੀ। A lot of people think that way. ਲੋਕ ਵੱਖ-ਵੱਖ ਮਨ ਵਿੱਚ ਗੱਲਾਂ ਸੋਚ ਕੇ ਆਉਂਦੇ ਨੇ See, ਪ੍ਰਭੂ ਪਾਸ। these things will not help you to know God better. No. ਅਗਰ ਸਾਡੇ ਮਨ ਦੇ ਖਿਆਲ ਵਿਚਾਰ ਇਹੋ ਜਿਹੇ ਨੇ, ਅਸੀਂ ਪ੍ਰਭੂ ਨੂੰ ਕਦੀ ਵੀ ਪਹਿਚਾਣਾਂਗੇ ਨਹੀਂ। Remember, one man came to see me and with Brother Ravi. ਪਾਦੀ ਸਾਹਿਬ ਕਹਿ ਰਹੇ ਨੇ ਕਿ ਇੱਕ ਬੰਦਾ ਸਾਨੂੰ ਚਰਚ ਵਿੱਚ ਮਿਲਣ ਆਇਆ। He wants a letter from us saying that we are recommending him for his immigration status here. ਔਰ ਉਹ ਆਦਮੀ ਕਹਿਣ ਲੱਗਾ ਕਿ ਪਾਦਰੀ ਸਾਹਿਬ ਸਾਨੂੰ ਇੱਕ ਚਿੱਠੀ ਦੇ ਦਿਓ, ਮੈਂ ਇਮੀਗ੍ਰੇਸ਼ਨ ਨੂੰ ਦੇਣੀ ਆ ਕਿ ਅਸੀਂ ਚਰਚ ਵਿੱਚ ਅਸੀਂ ਇਹਨੂੰ ਜਾਣਦੇ Can ਪਛਾਣਦੇ। I see your passport? Then I will give you a letter. ਔਰ ਅਸੀਂ ਉਸ ਨੂੰ ਆਖਿਆ ਭਾਈ ਆਪਣਾ ਪਾਸਪੋਰਟ ਦਿਖਾ, ਫਿਰ ਤੈਨੂੰ ਚਰਚ ਵਿੱਚ ਚਿੱਠੀ ਦੇ The ਦਾਂਗੇ। guy hasn't got a passport. ਔਰ ਉਹਦੇ ਕੋਲ ਪਾਸਪੋਰਟ ਤਾਂ ਹੈ ਹੀ ਨਹੀਂ ਸੀ। Or if he has, he's hiding it. ਜਦ ਉਹਦੇ ਕੋਲ ਸੀਗਾ ਤਾਂ ਉਹਨੇ ਉਸ ਨੂੰ ਛੁਪਾ ਲਿਆ And he started arguing with me. ਔਰ ਪਾਦਰੀ ਸਾਹਿਬ ਨਾਲ ਝਗੜਾ ਕਰਨ ਲੱਗਾ, Give me the letter now. ਮੈਨੂੰ ਚਿੱਠੀ ਲਿਖ ਕੇ ਦੇ ਹੁਣੇ। Then the last he knew he can't get a letter from me. ਜਦੋਂ ਉਹਦੀ ਗੱਲ ਨਹੀਂ ਬਣੀ, ਜਦੋਂ ਉਹਨੂੰ ਚਿੱਠੀ ਪਾਦਰੀ ਸਾਹਿਬ ਨੇ ਨਹੀਂ ਦਿੱਤੀ, He said the Gurdwara is waiting to give me a letter. ਕਹਿੰਦਾ ਕੋਈ ਗੱਲ ਨਹੀਂ, ਜੇ ਤੁਸੀਂ ਨਹੀਂ ਦੇਣੀ ਮੈਂ ਗੁਰਦੁਆਰਿਆਂ ਕੋਲ ਜਾ ਕੇ ਲੈ ਲੈਣਾ। If you can't give me, I'm going there now. ਜੇ ਤੁਸੀਂ ਸਾਨੂੰ ਚਿੱਠੀ ਨਹੀਂ ਦੇਣੀ ਅਸੀਂ ਗੁਰਦੁਆਰੇ ਕੋਲ ਜਾ I ਕੇ ਲੈ said, ਲੈਣਾ। thank you, salam, go ahead. ਅਸੀਂ ਕਿਹਾ ਸ਼ੁਕਰੀਆ ਭਾਈ ਸਲਾਮ, ਜਾ ਉੱਥੋਂ ਲੈ And ਲੈ। he went, he never came back. ਚਲੇ ਗਿਆ, ਮੁੜ ਕੇ ਚਰਚ ਨਹੀਂ ਆਇਆ ਅੱਜ ਤੱਕ। And this guy was even baptized here. ਔਰ ਜਦ ਰੱਖੋ ਇਹ ਬੰਦਾ ਇਸ ਚਰਚ ਵਿੱਚ ਬਪਤਿਸਮਾ ਲੈ ਕੇ ਗਿਆ, He was lifting hands and praising God. ਖੜਾ ਹੋ ਕੇ ਦੁਆ ਮੰਗਦਾ ਸੀ ਉੱਚੇ ਉੱਚੇ ਹੱਥ This ਕਰਕੇ। guy did not know God. ਜਦ ਰੱਖੋ ਦਾ ਮਤਲਬ ਹੋਰ ਸੀ ਪ੍ਰਭੂ ਯਿਸੂ ਪਾਸ ਆਉਣ ਦਾ, ਚਰਚ ਆਉਣ ਦਾ। Brothers and sisters, let us be real before ਭੈਣ God. ਭਰਾਵੋ ਆਓ ਸੱਚੇ ਹਕੀਕਤ ਇਮਾਨਦਾਰ ਲੋਕ ਬਣ ਜਾਈਏ। ਅਗਰ God ਚਰਚ will ਆਉਣ, sort out your immigration if you really honestly search Him. ਅਗਰ ਸੱਚੇ ਦਿਲੋਂ ਪ੍ਰਭੂ ਯਿਸੂ ਨੂੰ ਪਿਆਰ ਕਰਾਂਗੇ, ਲੱਭਾਂਗੇ ਤਾਂ ਉਹ ਸਾਡੀਆਂ ਦੂਸਰੀਆਂ ਜ਼ਰੂਰਤਾਂ ਵੀ ਪੂਰੀਆਂ ਕਰ He ਦੇਗਾ। will heal your sickness if you really get to know ਅਗਰ Him. ਸੱਚਮੁੱਚ ਪ੍ਰਭੂ ਨੂੰ ਜਾਣ ਲਓਗੇ ਤੁਹਾਡੀ ਬਿਮਾਰੀ ਦੁੱਖ ਚਲਾ ਜਾਏਗਾ। The knowledge of God, you and I need to have an increase in it all the time. ਪ੍ਰਭੂ ਦੀ ਸਮਝ ਅਗਰ ਸਾਡੇ ਵਿੱਚ ਵੱਧਦੀ ਜਾਏ ਤਾਂ ਅਸੀਂ ਕਾਮਯਾਬ ਹੋ ਜਾਵਾਂਗੇ। As we complete reading the Bible this year,
ਪਾਦੀ ਸਾਹਿਬ ਕਹਿ ਰਹੇ ਨੇ ਇਸ ਸਾਲ ਵਿੱਚ ਤੁਸੀਂ ਸਾਰੇ ਬਾਈਬਲ ਨੂੰ ਪੜ੍ਹ ਲਓ And I'm sure you and I will be able to know the presence of God, the power of God through the Word of God. ਔਰ ਪ੍ਰਭੂ ਦੇ ਵਚਨ ਨੂੰ ਪੜ੍ਹ ਕੇ ਉਹਦੀ ਸ਼ਕਤੀ ਨੂੰ ਉਹਦੀ ਤਾਕਤ ਨੂੰ ਅਸੀਂ ਜਾਣ ਲਵਾਂਗੇ Instead of getting the burning hearts of devotion to Christ, we need to get, some people get the big hearts and they get big hearted all the time. ਔਰ ਬਾਈਬਲ ਨੂੰ ਪੜ੍ਹ ਕੇ ਕਈ ਲੋਕਾਂ ਦਾ ਜਿਹੜਾ ਖਿਆਲ ਵੱਡੇ ਹੋ ਜਾਂਦੇ ਨੇ Read the Bible. ਬਾਈਬਲ ਨੂੰ ਪੜ੍ਹੋ It is the instruction manual for you. ਸਾਡੇ ਜੀਵਨ ਲਈ ਅੱਛੀ ਹਦਾਇਤ ਦੇਣ ਵਾਲੀ ਕਿਤਾਬ ਹੈ Learn the scriptures. ਬਾਈਬਲ ਦੀਆਂ ਸਕ੍ਰਿਪਚਰਸ ਨੂੰ ਆਇਤਾਂ ਨੂੰ ਯਾਦ ਰੱਖੋ ਸੋ ਪੜ੍ਹੋ It gives you what is right and what is wrong. ਸਾਨੂੰ ਪਤਾ ਲੱਗਦਾ ਕਿ ਜ਼ਿੰਦਗੀ 'ਚ ਸਹੀ ਗੱਲ ਕੀ ਹੈ ਗਲਤ ਗੱਲ ਕੀ ਹੈ You don't need to hear from a prophet. ਸਾਨੂੰ ਪ੍ਰੋਫਟਾਂ ਕੋ ਨਬੀਆਂ ਕੋ ਵੱਡੇ ਵੱਡੇ ਪਾਦਰੀਆਂ ਕੋ ਜਾਣ ਦੀ ਲੋੜ It's ਨਹੀਂ all in the Word of ਸਾਡਾ God. ਜੀਵਨ ਤਾਂ ਸਾਰਾ ਇਸ ਕਿਤਾਬ 'ਚ ਲਿਖਿਆ ਹੋਇਆ ਹੈ Your past is there. ਤੁਹਾਡਾ ਪਿਛਲਾ ਜੀਵਨ ਇਹਦੇ 'ਚ ਲਿਖਿਆ ਹੈ Your present is there. ਅੱਜ ਦਾ ਜੀਵਨ ਇਹਦੇ 'ਚ ਲਿਖਿਆ ਹੈ Your future is ਆਉਣ there. ਵਾਲਾ ਜੀਵਨ ਇਹਦੇ 'ਚ ਲਿਖਿਆ ਹੈ What else you need? ਹੋਰ ਕਿਹੜੀ ਗੱਲ ਦੀ ਲੋੜ So ਹੈ just get to know the Word of God. ਇਸੇ ਕਰਕੇ ਬਾਈਬਲ ਨੂੰ ਪੜ੍ਹ ਲਵੋ ਪੜ੍ਹ ਲਵੋ ਪੜ੍ਹ ਲਵੋ Get to know the God of the Word. ਇਸ ਵਚਨ ਦੇ ਇਸ ਕਲਾਮ ਦੇ ਖੁਦਾ ਨੂੰ ਪ੍ਰਭੂ ਨੂੰ ਜਾਣ ਲਵੋ Know Him increasingly. ਔਰ ਉਹਨੂੰ ਜਾਣ ਲਵੋ ਕਿ ਤੁਹਾਡੀ ਸਮਝ ਵੱਧ ਜਾਵੇ Paul said in chapter 3 of Colossians, ਪਾਲੂਸ ਲਿਖਦਾ ਹੈ ਕੋਲੋਸੀਆਂ ਦੀ ਕਿਤਾਬ ਤੀਸਰੇ ਚੈਪਟਰ 'ਚ that I may know Him ਤਾਂ ਕਿ ਮੈਂ ਇਸ ਪ੍ਰਭੂ ਯਿਸੂ ਮਸੀਹ ਨੂੰ ਜਾਣ ਲਵਾਂ and the power of His resurrection. ਔਰ ਉਹਦੇ ਜੀ ਉੱਠਣ ਦੀ ਮੁਰਦਿਆਂ 'ਚੋਂ ਜੀ ਉੱਠਣ ਦੀ ਤਾਕਤ ਨੂੰ ਜਾਣ ਲਵਾਂ Until you know intimately Jesus Christ and the power He has. ਭੈਣੋ ਪ੍ਰਭੂ ਜਦੋਂ ਤੱਕ ਤੁਸੀਂ ਪ੍ਰਭੂ ਨੂੰ ਖੁਦ ਨਹੀਂ ਜਾਣੋਗੇ ਉਹਦੇ ਜੀ ਉੱਠਣ ਦੀ ਤਾਕਤ ਨੂੰ ਨਹੀਂ ਜਾਣੋਗੇ We have not known God. ਉਦੋਂ ਤੱਕ ਅਸੀਂ ਇਸ ਪ੍ਰਭੂ ਨੂੰ ਨਹੀਂ ਜਾਣਦੇ A life that pleases God, ਉਹ ਜੀਵਨ ਉਹ ਜ਼ਿੰਦਗੀ ਜਿਹੜੀ ਪ੍ਰਭੂ ਨੂੰ ਖੁਸ਼ ਕਰਦੀ we ਹੈ have a desire to know Him more. ਉਸ ਜੀਵਨ ਦੇ ਦਿਲ ਦੀ ਤਮੰਨਾ ਹੈ ਕਿ ਪ੍ਰਭੂ ਨੂੰ ਹੋਰ ਜਾਣ ਲਵੇ Thirdly, ਤੀਸਰੀ ਗੱਲ a ਬਾਈਬਲ 'ਚ life that pleases God, ਉਹ ਜੀਵਨ ਜੋ ਪ੍ਰਭੂ ਨੂੰ ਖੁਸ਼ ਰੱਖਦਾ ਹੈ it endures troubled times and is patient with the difficult people. ਉਹ ਦੁੱਖਾਂ ਨੂੰ ਬਰਦਾਸ਼ਤ ਕਰਦਾ ਹੈ ਔਰ ਮੁਸ਼ਕਲਾਂ ਵਿੱਚ ਧੀਰਜ ਰੱਖਦਾ ਹੈ Look at verse number 11 now. 11 ਵਰਸ ਨੂੰ ਬਾਈਬਲ ਚੋਂ ਸੁਣੀਏ Colossians 1:11. ਕਲੋਸੀਆਂ ਦੀ ਕਿਤਾਬ ਉਸ ਦਾ ਪਹਿਲਾ ਚੈਪਟਰ It 11 says, ਵਰਸ strengthened with all might, ਪੂਰੀ ਸ਼ਕਤੀ ਦੇ ਨਾਲ according to His glorious power, ਉਹਦੀ ਮਹਾਨ ਸ਼ਕਤੀ ਦੇ ਅਨੁਸਾਰ for all patience and long suffering with joy. ਵੱਡੇ ਧੀਰਜ ਔਰ ਦੁੱਖਾਂ ਨਾਲ ਆਨੰਦਿਤ ਰਹੋ Why does God give you strength and power? ਕਿਉਂ ਪ੍ਰਭੂ ਸਾਨੂੰ ਜ਼ੋਰ ਦਿੰਦਾ ਹੈ ਬਲ ਦਿੰਦਾ ਹੈ ਸ਼ਕਤੀ So ਦਿੰਦਾ that ਹੈ you can be strengthened ਤਾਂ ਕਿ ਮੁਸ਼ਕਲ ਦੀ ਘੜੀ ਵਿੱਚ ਅਸੀਂ ਮਜ਼ਬੂਤ ਰਹੀਏ in times of toughness in your life. ਜਦੋਂ ਜ਼ਿੰਦਗੀ 'ਚ ਦੁੱਖ ਮੁਸੀਬਤਾਂ ਆ ਜਾਣ ਅਸੀਂ ਵਿਸ਼ਵਾਸ ਨਾਲ He ਮਜ਼ਬੂਤ will ਰਹੀਏ give you the power to resist all this. ਪ੍ਰਭੂ ਯਿਸੂ ਸਾਨੂੰ ਸ਼ਕਤੀ ਦੇਵੇਗਾ ਅਸੀਂ ਦੁੱਖਾਂ ਦਾ ਸਾਹਮਣਾ ਕਰ ਸਕੀਏ The word endurance means perseverance. ਇੰਡਿਓਰੈਂਸ ਦਾ ਜਿਹੜਾ ਅੰਗਰੇਜ਼ੀ ਦਾ ਲਫ਼ਜ਼ ਇੰਡਿਓਰੈਂਸ ਦਾ ਮਤਲਬ ਧੀਰਜ ਰੱਖਣਾ It really means to remaining under. ਇਹਦਾ ਮਤਲਬ ਉਸ ਦੁੱਖ ਦੀ ਮੁਸੀਬਤ ਦੇ ਅਧੀਨ ਰਹੀਏ We can say hang in there, in other words. ਜਾਂ ਉੱਥੇ ਲਟਕੇ ਰਹੀਏ ਪ੍ਰਭੂ ਦਾ ਪੱਲਾ ਫੜੀ ਰੱਖੀਏ Even in the midst of pressures, hardships and difficulties, ਜ਼ਿੰਦਗੀ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਪ੍ਰੈਸ਼ਰ ਦੇ ਵਿਰੁੱਧ can you hang in there? ਕੀ ਅਜੇ ਵੀ ਪ੍ਰਭੂ ਨੂੰ ਫੜੀ ਰੱਖੋਗੇ Can you hold on to the promise of God? ਕੀ ਪ੍ਰਭੂ ਯਿਸੂ ਦੇ ਵਾਅਦਿਆਂ ਤੇ ਚੱਲੋਗੇ Can you say, I know whom I believe in? ਉਸ ਹਾਲਤ ਵਿੱਚ ਖੜੋ ਕੇ ਕਹੋਗੇ ਹਾਂ And ਮੈਂ ਪ੍ਰਭੂ ਨੂੰ ਜਾਣਦਾ ਹਾਂ He is able to hold me. He is committed to me as ਮੇਰਾ I'm committed to ਮਸੀਹ Him. ਮੈਨੂੰ ਪਕੜੀ ਰੱਖੇਗਾ ਮੈਨੂੰ ਗਿਰਨੇ ਨਹੀਂ ਦੇਗਾ ਉਹ ਮੈਨੂੰ ਮਜ਼ਬੂਤ ਕਰੇਗਾ Blessed be the name of the Lord. ਪ੍ਰਭੂ ਯਿਸੂ ਦੇ ਨਾਮ ਦੀ ਮਹਿਮਾ ਹੋਵੇ God will never make a mistake. ਪ੍ਰਭੂ ਕਦੀ ਵੀ ਗਲਤੀ ਨਹੀਂ ਕਰਦਾ Did you hear what I said? ਸੁਣੀ ਗੱਲ ਧਿਆਨ ਨਾਲ ਮੈਂ ਕੀ ਆਖਿਆ God will never make a mistake. ਪ੍ਰਭੂ ਯਿਸੂ ਕਦੀ ਵੀ ਗਲਤੀ ਜਾਂ ਭੁੱਲ ਨਹੀਂ ਕਰਦਾ When He allows a suffering or a sickness or whatever happens to you, ਜੋ ਕੁਝ ਵੀ ਤੁਹਾਡੇ ਨਾਲ ਹੁੰਦਾ ਹੈ ਵਾਪਰਦਾ ਹੈ ਤੁਹਾਡੇ ਜੀਵਨ 'ਚ ਦੁੱਖ ਮੁਸੀਬਤਾਂ ਤਸੀਹੇ ਤਾਨੇ ਮਿਹਣੇ ਆਉਂਦੇ ਨੇ He will give you the strength and the power to go with you. ਪ੍ਰਭੂ ਤੁਹਾਨੂੰ ਸਮਰੱਥਾ ਦੇਵੇਗਾ ਸ਼ਕਤੀ ਦੇਵੇਗਾ ਇਹਨਾਂ ਦੁੱਖਾਂ ਨੂੰ ਬਰਦਾਸ਼ਤ ਕਰਨ Like ਦੀ I said before last week, when you are in the fire, you're not alone. ਜਿਵੇਂ ਪਿਛਲੇ ਐਤਵਾਰ ਦੱਸਿਆ ਸੀ ਜਦੋਂ ਅੱਗ ਵਿੱਚ ਵੀ ਗੁਜ਼ਰੋਗੇ ਇਕੱਲੇ ਨਹੀਂ ਹੋਵੋਗੇ The fourth person will come there with Shadrach, Meshach and Abednego. ਚੌਥਾ ਇਨਸਾਨ ਨਾਲ ਆਵੇਗਾ ਸ਼ਦਰਕ ਮਿਸ਼ਕ ਅਬਦਗੋਨੋ ਦੇ ਨਾਲ Hallelujah to the Lord. ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ We must be strengthened by His might. ਅਸੀਂ ਪ੍ਰਭੂ ਦੀ ਸ਼ਕਤੀ ਵਿੱਚ ਤਕੜੇ ਰਹੀਏ ਮਜ਼ਬੂਤ ਰਹੀਏ When you try to please God, to live to please God, ਜਦੋਂ ਅਸੀਂ ਆਪਣੇ ਜੀਵਨ 'ਚ ਪ੍ਰਭੂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ you ਹਾਂ not only have the strength under control, ਸਿਰਫ ਸਮਰੱਥਾ ਔਰ ਕਾਬੂ ਹੀ ਨਹੀਂ ਮਿਲਦਾ you can put up with the wrong people, ਜਿਹੜੇ ਲੋਕ ਗਲਤ ਤਰ੍ਹਾਂ ਦੇ ਲੋਕ ਨੇ ਉਹਨਾਂ ਦਾ ਵੀ ਸਾਹਮਣਾ ਕਰ with ਸਕਦੇ the ਨੇ difficult people. ਜਾਂ ਜਿਹੜੇ ਮੁਸ਼ਕਲ ਦੇ ਲੋਕ ਨੇ ਹਾਰਡ ਨੇ How many of you like or love your enemies? ਸਾਡੇ ਵਿੱਚੋਂ ਕਿੰਨੇ ਆਪਣੇ ਦੁਸ਼ਮਣਾਂ ਨੂੰ ਵਿਰੋਧੀਆਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਸੰਦ ਕਰਦੇ ਨੇ Very few of us.
ਬਹੁਤ ਘੱਟ ਲੋਕ ਪਸੰਦ ਕਰਦੇ ਨੇ ਉਹਨਾਂ ਨੂੰ ਜਿਹੜੇ Still, ਸਾਡੇ we ਸਾਹਮਣੇ call ਕਰਦੇ ourselves Christians. ਔਰ ਅਜੇ ਵੀ ਅਸੀਂ ਆਪਣੇ ਆਪ ਨੂੰ ਕ੍ਰਿਸਚੀਅਨ ਚਰਚ ਆਉਣ ਵਾਲੇ ਲੋਕ ਕਹਿੰਦੇ ਹਾਂ। Jesus said, love your... ਪ੍ਰਭੂ ਯਿਸੂ ਨੇ ਆਖਿਆ ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ। And I didn't see many hands today. ਬਹੁਤੇ ਭੈਣ ਭਰਾਵਾਂ ਨੇ ਹੱਥ ਨਹੀਂ ਖੜੇ ਕੀਤੇ ਥੱਲੇ And we're all calling ourselves Pentecostal Christians. ਔਰ ਅਸੀਂ ਆਪਣੇ ਨੂੰ ਪੈਂਟੀਕੋਸਟਲ ਕ੍ਰਿਸਚੀਅਨ ਕਹਿੰਦੇ ਹਾਂ ਹਾਲੇਲੂਇਆ ਵਾਲੇ ਜਿਹੜੇ ਚਰਚ ਜਾਂਦੇ ਨੇ। Jesus said, love your enemies. ਪ੍ਰਭੂ ਯਿਸੂ ਨੇ ਆਖਿਆ ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ। How can you do that? ਕਿਸ ਤਰ੍ਹਾਂ ਕਰ ਸਕਦੇ ਆ? Because Jesus gives us a strength. ਪ੍ਰਭੂ ਯਿਸੂ ਸਾਨੂੰ ਮਜ਼ਬੂਤੀ ਦਿੰਦਾ ਹੈ। Praise the name of the Lord. ਪ੍ਰਭੂ ਯਿਸੂ ਦੇ ਨਾਮ ਦੀ ਮਹਿਮਾ We ਹੋ। live to please God ਇਸ ਤਰ੍ਹਾਂ ਜ਼ਿੰਦਗੀ ਧਰਤੀ ਤੇ ਜੀਵੋ ਕਿ ਪ੍ਰਭੂ ਖੁਸ਼ ਰਹੇ। by putting up with the toughest people in our lives. ਉਹਨਾਂ ਰਿਸ਼ਤੇਦਾਰਾਂ ਦਾ, ਉਹਨਾਂ ਲੋਕਾਂ ਦਾ, ਉਹਨਾਂ ਸਾਥੀਆਂ ਦਾ ਵੀ ਸਾਹਮਣਾ ਕਰ ਸਕੋ ਜਿਹੜੇ ਬੜੇ ਢੀਠ ਨੇ। That's what Paul says in verse 11. ਪਲੂਸ ਇਹ ਗੱਲ ਲਿਖਦਾ ਹੈ 11 ਅੱਜ। Then I say one more, then I'm going to close. ਇੱਕ ਹੋਰ ਗੱਲ ਕਹਿ ਕੇ ਮੈਂ ਸਮਾਪਤ ਕਰਾਂਗਾ। The fourth way of pleasing God is this: ਚੌਥੀ ਗੱਲ ਪ੍ਰਭੂ ਨੂੰ ਜ਼ਿੰਦਗੀ 'ਚ ਖੁਸ਼ ਕਰਨ ਦੀ। that you live a life of gratefulness. ਉਹ ਜ਼ਿੰਦਗੀ ਜੀਵੋ ਜਿਹਦੇ ਵਿੱਚ ਪ੍ਰਭੂ ਦੀ ਸਦਾ ਸ਼ੁਕਰਗੁਜ਼ਾਰੀ ਹੈ, ਪ੍ਰਭੂ ਦਾ ਧੰਨਵਾਦ ਕਰਦੇ ਹਾਂ। How many of you are thankful today? ਅੱਜ ਦੇ ਦਿਨ ਲਈ, ਅੱਜ ਦੀ ਜ਼ਿੰਦਗੀ ਲਈ ਕਿੰਨੇ ਲੋਕ ਪ੍ਰਭੂ ਦਾ ਧੰਨਵਾਦ ਕਰਦੇ ਨੇ ਕਿ ਪ੍ਰਭੂ ਤੇਰਾ ਸ਼ੁਕਰ ਹੋਵੇ। Thankful for something at least, yeah? ਕੁਛ ਨਾ ਕੁਛ ਸਾਡੇ ਪਾਸ ਹੈ ਪ੍ਰਭੂ ਦਾ ਧੰਨਵਾਦ ਕਰਨ ਲਈ, ਪਰਮੇਸ਼ਰ ਦਾ ਧੰਨਵਾਦ ਕਰਨ ਲਈ, ਖੁਦਾ ਦਾ ਧੰਨਵਾਦ ਕਰਨ ਲਈ। If I ask you to write a list of how many things you want to thank for today, ਅਗਰ ਮੈਂ ਤੁਹਾਨੂੰ ਆਖਾਂ ਇੱਕ ਲਿਸਟ ਬਣਾਓ ਕਿੰਨੀਆਂ ਚੀਜ਼ਾਂ ਲਈ ਤੁਸੀਂ ਪ੍ਰਭੂ ਪਰਮੇਸ਼ਰ ਦਾ ਧੰਨਵਾਦ I'm ਕਰੋਗੇ। sure everyone will have a list. ਤੁਹਾਡੇ ਸਭਨਾਂ ਪਾਸ ਲਿਸਟ ਹੋਏਗੀ। Some of you have longer lists. ਕਈਆਂ ਦੀ ਲਿਸਟ ਬਹੁਤ ਵੱਡੀ ਹੋਏਗੀ, Maybe some of you are shorter lists ਕਈਆਂ ਦੀ ਲਿਸਟ ਛੋਟੀ ਹੋਏਗੀ। because you couldn't remember everything. ਤੁਹਾਨੂੰ ਯਾਦ ਨਹੀਂ ਆਉਂਦਾ ਪ੍ਰਭੂ ਨੇ ਕੀ ਕੀ But ਕੀਤਾ। I bet that you will be a thankful person today. ਮੈਂ ਤੁਹਾਨੂੰ ਯਕੀਨ ਦਿਲਾਉਣਾ ਹਾਂ, ਭਰੋਸੇ ਨਾਲ, ਸ਼ਰਤ ਲਾਉਣਾ, ਤੁਸੀਂ ਸਾਰੇ ਧੰਨਵਾਦ ਕਰੋਗੇ, ਸ਼ੁਕਰਗੁਜ਼ਾਰੀ ਕਰੋਗੇ। Hold on, let me ask the toughest question now. ਸੁਣੋ ਇੱਕ ਮੁਸ਼ਕਲ ਦਾ ਸਵਾਲ। How many of you have complaints today? ਅੱਜ ਦੇ ਦਿਨ ਤੱਕ ਕਿੰਨੇ ਉਲਾਂਭਾ ਦਿੰਦੇ ਨੇ ਪ੍ਰਭੂ ਨੂੰ, ਬੜਬੜਾਉਂਦੇ ਨੇ, ਆ ਨਹੀਂ ਹੋਇਆ, ਉਹ ਨਹੀਂ ਹੋਇਆ, ਆ ਨਹੀਂ ਹੋਇਆ, You're all good people today. ਕਿਸੇ ਨੇ ਹੱਥ ਖੜਾ ਨਹੀਂ ਕੀਤਾ, ਇਹਦਾ ਮਤਲਬ ਤੁਸੀਂ ਸਾਰੇ No complaint at ਸਾਧੂ all. ਹੋ, ਸੰਤ ਹੋ, ਕੋਈ ਵੀ ਉਲਾਂਭਾ ਨਹੀਂ ਦਿੰਦਾ ਪ੍ਰਭੂ ਨੂੰ। Then why do you complain about the rain and the wind? ਜਦੋਂ ਮੀਂਹ ਆਉਂਦਾ ਬੜਾ ਬੜਬੜਾਉਂਦੇ, ਕਿੱਥੇ ਚਿੱਕੜ ਚ ਹੋ ਗਿਆ, ਚਿੱਕੜ ਚ ਘੜਾ We ਹੋ ਗਿਆ। complain about the weather when we should be grateful that we are alive. ਸਾਨੂੰ ਮੌਸਮ ਦਾ ਜ਼ਿਆਦਾ ਫਿਕਰ ਲੱਗ ਜਾਂਦਾ, ਇਸ ਦੇ ਬਾਵਜੂਦ ਅਸੀਂ ਜਿਉਂਦੇ ਹਾਂ ਧਰਤੀ ਦੇ, ਉਹਦਾ ਘੱਟ We ਫਿਕਰ। complain about our low income or no income when we should be thankful that we have bread and water every day. in our life. ਬੜਬੜਾਉਂਦੇ ਆ, ਪੈਸੇ ਨਹੀਂ, ਨੌਕਰੀ ਨਹੀਂ, ਕਾਰੋਬਾਰ ਨਹੀਂ। ਪ੍ਰਭੂ ਦਾ ਧੰਨਵਾਦ ਕਰੋ, ਜ਼ਿੰਦਗੀ ਤਾਂ ਹੈ, ਸਾਹ ਤਾਂ ਹੈ, ਰੋਟੀ ਤਾਂ ਮਿਲਦੀ ਖਾਣ ਨੂੰ। We complain about the conservatives and the labours and the government, when we should be thankful we have the freedom in this country. ਔਰ ਸਰਕਾਰ ਵਿਰੁੱਧ ਬੜਬੜਾਉਂਦੇ ਆ ਟੋਰੀ ਸਰਕਾਰ ਚੰਗੀ ਨਹੀਂ, ਲੇਬਰ ਸਰਕਾਰ ਚੰਗੀ ਨਹੀਂ। ਧੰਨਵਾਦ ਕਰੋ, ਮੁਲਕ 'ਚ ਰਹਿੰਦੇ ਆ। Oh, we complain about the food that is cooked or overcooked or undercooked. And well, you should be thankful. Thank God. ਔਰ we have some ਬੜਬੜਾਉਂਦੇ ਆ, food. ਸਬਜ਼ੀ ਸੜ ਗਈ, ਦਾਲ ਸੜ ਗਈ, ਮੀਟ ਨਹੀਂ ਬਣਿਆ, ਉਹ ਨਹੀਂ ਹੋਇਆ, ਉਹ ਨਹੀਂ ਹੋਇਆ। We complain about other believers sometimes. ਦੂਜੇ ਵਿਸ਼ਵਾਸੀਆਂ ਦਾ, ਚਰਚ ਆਉਣ ਵਾਲੇ ਭੈਣ ਭਰਾਵਾਂ ਨੂੰ ਬੜਬੜਾਉਂਦੇ ਆ। You say, she is not spiritual as I am. ਸਾਡੇ ਨਾਲ ਬੋਲਦੇ ਹੀ ਨਹੀਂ, ਆਪਣੇ ਆਪ ਨੂੰ ਬੜੇ ਰੂਹਾਨੀ ਸਮਝਦੇ ਆ, ਮਸੀਹੀ ਸਮਝਦੇ ਆ। Or he is not spiritually lifted up as I am. ਜਿੰਨੇ ਅਸੀਂ ਮਸੀਹ ਨੂੰ ਮੰਨਦੇ, ਉਹ ਤਾਂ ਮੰਨਦੇ ਹੀ ਨਹੀਂ, ਉਹਦਾ ਘਾਟਾ ਸਾਡੇ ਨਾਲ ਚਰਚ ਆਉਂਦੇ ਆ। While we should all be doing the right thing by mutually respecting each other. ਚਾਹੀਦਾ ਕੀ ਹੈ? ਹਰ ਇੱਕ ਲਈ ਪ੍ਰਭੂ ਦਾ ਧੰਨਵਾਦ ਕਰਨਾ, ਇੱਕ ਦੂਸਰੇ ਦੀ ਇੱਜ਼ਤ ਕਰਨੀ ਚਰਚ How ਵਿੱਚ। many of you complain about the traffic? ਅੱਜ ਟ੍ਰੈਫਿਕ ਲਈ ਕਿੰਨਿਆਂ ਨੇ ਉਲਾਂਭਾ ਦਿੱਤਾ? Today everybody is good, looks like. ਲੱਗਦਾ ਸਾਰੇ ਚੰਗੇ ਨੇ, ਚਰਚ 'ਚ ਕੋਈ ਹੱਥ ਉਠਾਉਂਦਾ ਹੀ ਨਹੀਂ। I complain about South Hall traffic every day. ਪਾਦੀ ਸਾਹਿਬ ਕਹਿੰਦੇ ਮੈਂ ਹਰ ਰੋਜ਼ ਕਹਿੰਦਾ ਪ੍ਰਭੂ ਸਾਥਾਲ 'ਚ ਟ੍ਰੈਫਿਕ ਬਹੁਤ ਹੈ। Am I the only guilty person here today? ਮੈਂ ਇਕੱਲਾ ਕਸੂਰਵਾਰ ਹਾਂ ਟ੍ਰੈਫਿਕ ਲਈ? Come on, we need some good ਤੁਹਾਡੇ ਵਾਲ traffic ਹੈ ਨਹੀਂ solid. ਭੈਣ ਜੀ, ਹੱਥ There are ਨਾ ਖੜਾ few hands are coming. They're waking ਤੁਹਾਡੇ ਵਾਲ up. traffic ਹੈ ਨਹੀਂ। Yeah, we all complain about the traffic. Look at the ਅਸੀਂ traffic. ਟ੍ਰੈਫਿਕ ਦੀ ਬੜੀ ਕੰਪਲੇਂਟ ਕਰਦੇ ਜਿਹੜੇ ਇੱਧਰ ਆਉਂਦੇ ਨੇ, ਖਾਸ ਕਰਕੇ ਬਰੋਡ While ਵਾਲੇ you should be thankful, you're driving in a country, in a car with proper rules and regulations. ਪਰ ਸ਼ੁਕਰ ਕਰੋ, ਪ੍ਰਭੂ ਦਾ ਧੰਨਵਾਦ ਕਰੋ, ਉਸ ਮੁਲਕ 'ਚ ਗੱਡੀ ਚਲਾਉਣੇ ਜਿੱਥੇ ਕਾਨੂੰਨ ਨੇ, ਕਾਇਦੇ ਨੇ, ਹਰ ਸਹੀ ਤਰੀਕੇ ਨਾਲ ਗੱਡੀ You ਚਲਾਉਣੀ। go to a country like India or Pakistan or Sri Lanka, boy, you can drive the way you want. ਜਰਾ ਇੰਡੀਆ, ਪਾਕਿਸਤਾਨ, ਸ਼੍ਰੀਲੰਕਾ 'ਚ ਆਪਣੀ ਕਾਰ ਚਲਾ ਕੇ ਦੇਖੋ, ਕੋਈ ਰੂਲ ਨਹੀਂ, ਕੋਈ ਕਾਇਦਾ ਕਾਨੂੰਨ ਨਹੀਂ, ਜਿੱਧਰ ਮਰਜ਼ੀ ਮੋੜ ਲਓ, ਜਿੱਥੋਂ ਮਰਜ਼ੀ ਤੋੜ ਲਓ। You know, we fail to live a life of thankfulness. ਕਹਿਣ ਦਾ ਮਤਲਬ ਅਸੀਂ ਇਸ ਗੱਲ 'ਚ ਨਾਕਾਮਯਾਬ ਹਾਂ ਕਿ ਹਰ ਗੱਲ ਵਿੱਚ ਪ੍ਰਭੂ ਦਾ ਧੰਨਵਾਦ ਕਰੀਏ। We look at the negatives all the time. ਅਸੀਂ ਹਮੇਸ਼ਾ ਗਲਤ ਖਿਆਲਾਂ ਨੂੰ ਮਨ 'ਚ ਰੱਖ ਕੇ ਬੁੜਬੜਾਉਣ ਲੱਗ And ਜਾਂਦੇ we ਹਾਂ। blame others and blame the country and blame the weather, blame everything. ਦੂਸਰਿਆਂ ਨੂੰ ਉਲਾਂਭਾ ਦਿੰਦੇ ਹਾਂ, ਮੁਲਕ ਨੂੰ ਉਲਾਂਭਾ ਦਿੰਦੇ ਹਾਂ, ਮੌਸਮ ਨੂੰ ਉਲਾਂਭਾ ਦਿੰਦੇ ਹਾਂ, ਕਈ ਚੀਜ਼ਾਂ ਨੂੰ ਉਲਾਂਭਾ ਦਿੰਦੇ Recently, I told some of our brothers and sisters, stop looking at the wrong side. ਹਾਂ। ਮੈਂ ਕੁਝ ਭੈਣ ਭਰਾਵਾਂ ਨੂੰ ਚਰਚ ਵਿੱਚ ਆਖਿਆ ਕਿ ਮਾੜੇ ਖਿਆਲਾਂ ਨੂੰ ਛੱਡੋ, ਗਲਤ ਪਾਸੇ ਵੱਲ ਨਾ ਦੇਖੋ, Look at the bright side.
ਚੰਗੀ ਚੀਜ਼ ਵੱਲ, ਰੋਸ਼ਨੀ ਵੱਲ, ਚਾਨਣ ਵੱਲ ਦੇਖੋ। Thank God you're breathing today. ਸ਼ੁਕਰ ਕਰੋ ਪ੍ਰਭੂ ਦਾ, ਤੁਸੀਂ ਸਾਹ ਲੈ ਰਹੇ ਹੋ, ਜੀਂਦੇ ਜਾਗਦੇ ਹੋ ਬੈਠੇ ਹੋ। Thank God when you get back home there is food. ਜਦੋਂ ਘਰ ਜਾਓਗੇ ਖਾਣਾ ਹੈ ਖਾਣ ਲਈ। Many of you have cars. ਬਹੁਤਿਆਂ ਪਾਸ ਕਾਰਾਂ, ਮੋਟਰਾਂ ਨੇ, ਗੱਡੀਆਂ ਨੇ। And somebody passed driving test last week. She's going to buy a car ਔਰ soon. ਕਿਸੇ ਭੈਣ ਨੇ ਗੱਡੀ ਪਾਸ ਕੀਤੀ ਹੈ, ਅਗਲੇ ਹਫਤੇ ਗੱਡੀ ਲਏਗੀ। And thank God for the blessing we have. ਜੋ ਆਸ਼ੀਸ਼, ਜੋ ਬਰਕਤਾਂ ਅੱਜ ਹੈ, ਇਹਨਾਂ ਲਈ ਪ੍ਰਭੂ ਦਾ ਧੰਨਵਾਦ ਕਰਿਆ ਕਰੋ। Instead of cursing what we don't have. ਇਸ ਗੱਲ ਨੂੰ ਬੁੜਬੜਾਓ ਨਾ, ਸ਼ਰਾਪ ਨਾ ਦਿਓ ਜੋ ਹੈ ਨਹੀਂ। Somebody said light a candle instead of cursing the darkness. ਕਿਸੇ ਨੇ ਆਖਿਆ ਹਨੇਰੇ ਨੂੰ ਸ਼ਰਾਪ ਦੇਣ ਦੀ ਬਜਾਏ ਮੋਮਬੱਤੀ ਜਾਂ ਬੱਤੀ ਜਲਾਓ। Live a life that is grateful. ਉਹ ਜੀਵਨ ਜੀਵੋ ਜਿਹਦੇ ਵਿੱਚ ਸ਼ੁਕਰਗੁਜ਼ਾਰੀ ਹੈ। Are you thankful to God today? ਕੀ ਤੁਸੀਂ ਅੱਜ ਪ੍ਰਭੂ ਦਾ ਧੰਨਵਾਦ ਕਰਦੇ ਹੋ? I'm so thankful to God today. ਮੈਂ ਪ੍ਰਭੂ ਲਈ ਬੜਾ ਸ਼ੁਕਰਗੁਜ਼ਾਰ ਹਾਂ, ਧੰਨਵਾਦ। Though I don't like everything that happens in the United Kingdom, ਭਾਵੇਂ ਮੈਨੂੰ ਬਹੁਤੀਆਂ ਗੱਲਾਂ ਪਸੰਦ ਨਹੀਂ ਹਨ ਜੋ ਕੁਝ ਹੋ ਰਿਹਾ ਇਸ ਮੁਲਕ ਵਿੱਚ, I thank God I have freedom to worship God. ਲੇਕਿਨ ਮੈਂ ਪ੍ਰਭੂ ਦਾ ਧੰਨਵਾਦ ਕਰਦਾ, ਮੈਂ ਖੁੱਲੇ ਆਜ਼ਾਦੀ ਨਾਲ ਪ੍ਰਭੂ ਦੀ ਵਰਸ਼ਿਪ ਕਰ I ਸਕਦਾ। thank God there are rules to protect me as a citizen of this country. ਮੈਂ ਪ੍ਰਭੂ ਦਾ ਸ਼ੁਕਰ ਕਰਦਾ, ਇਸ ਮੁਲਕ ਦਾ ਨਾਗਰਿਕ, ਸਿਟੀਜ਼ਨ ਹੁੰਦੇ ਹੋਏ ਮੇਰੇ ਪਾਸ ਕਾਨੂੰਨ ਨੇ ਜਿਹੜੇ ਮੇਰੀ ਰਖਵਾਲੀ ਕਰਦੇ I ਨੇ। thank God I can drive safe. ਮੈਂ ਪ੍ਰਭੂ ਦਾ ਸ਼ੁਕਰ ਕਰਦਾ, ਮੈਂ ਬੜੇ ਅੱਛੇ ਤਰੀਕੇ ਨਾਲ ਇਸ ਮੁਲਕ ਵਿੱਚ ਕਾਰ ਚਲਾ ਸਕਦਾ। I'm going to live a grateful life. ਮੈਂ ਸ਼ੁਕਰਗੁਜ਼ਾਰੀ ਦੀ ਜ਼ਿੰਦਗੀ ਜੀਵਾਂਗਾ ਪ੍ਰਭੂ ਲਈ। I'm thankful for all the blessings God has given. ਪ੍ਰਭੂ ਨੇ ਜੋ ਵੀ ਆਸ਼ੀਸ਼ਾਂ ਦਿੱਤੀਆਂ ਨੇ ਉਹਨਾਂ ਲਈ ਪ੍ਰਭੂ ਦਾ ਧੰਨਵਾਦ ਕਰਦਾ ਹਾਂ। I'm not going to be a complainer. ਮੈਂ ਉਲਾਂਭੇ ਦੇਣ ਵਾਲਾ ਨਹੀਂ ਬਣਾਗਾ। Are there any complainers in our church? ਕੀ ਕੋਈ ਬੁੜਬੜਾਉਣ ਵਾਲੇ ਲੋਕ ਚਰਚ 'ਚ ਬੈਠੇ ਨੇ? If you are a complainer, ਅਗਰ ਉਲਾਂਭੇ ਦੇਣ ਵਾਲੇ ਲੋਕ ਹੋ, I know somebody looking at me, he wants to complain at the end of the service. I'm going to stop you. ਕੋਈ ਭਾਈ ਬੈਠਾ ਹੈ, ਦੇਖ ਰਿਹਾ, ਹੱਸ ਰਿਹਾ ਹੈ, ਉਹ ਮਿਲੇਗਾ, ਮੈਂ ਉਹਨੂੰ ਕਹਣਾ ਸਟਾਪ ਕਰ। Let's stop that complaint. ਬੁੜਬੜਾਉਣਾ ਬੰਦ ਕਰੋ। Let's be thankful to God. ਸ਼ੁਕਰਗੁਜ਼ਾਰੀ ਵਾਲੀ ਜ਼ਿੰਦਗੀ। Number one, thank God for Jesus. ਪ੍ਰਭੂ ਯਿਸੂ ਲਈ ਪਿਤਾ ਦਾ ਧੰਨਵਾਦ, Thank God for all the blessings. ਹਰ Second, ਆਸ਼ੀਸ਼ ਔਰ ਬਰਕਤ ਲਈ। thank God for the church. ਚਰਚ ਲਈ ਪ੍ਰਭੂ ਦਾ ਧੰਨਵਾਦ, Thank God for good people. ਭਲੇ ਲੋਕਾਂ ਲਈ ਪ੍ਰਭੂ ਦਾ ਧੰਨਵਾਦ, Thank God even for bad people. ਔਰ ਬੁਰੇ ਲੋਕਾਂ ਲਈ ਵੀ ਪ੍ਰਭੂ ਦਾ ਧੰਨਵਾਦ। Because of them we can sharpen more ourselves to be better. ਉਹਨਾਂ ਦੀ ਖਾਤਰ ਅਸੀਂ ਆਪਣੇ ਆਪ ਨੂੰ ਹੋਰ ਅੱਛੇ ਬਣਾ ਸਕਦੇ But ਹਾਂ, we can show the bad people how good Jesus is. ਔਰ ਬੁਰੇ ਲੋਕਾਂ ਨੂੰ ਦਿਖਾ ਸਕਦੇ ਕਿ ਮੇਰਾ ਪ੍ਰਭੂ ਯਿਸੂ ਕਿੰਨਾ ਭਲਾ ਹੈ। Are you going to live a grateful life? ਕੀ ਤੁਸੀਂ ਵੀ ਸ਼ੁਕਰਗੁਜ਼ਾਰੀ ਵਾਲੀ ਜ਼ਿੰਦਗੀ ਜੀਓਗੇ? That's the life we can live to please God. ਇਹੋ ਜੀ ਜ਼ਿੰਦਗੀ ਹੈ ਜਿੰਨਾ ਪ੍ਰਭੂ ਖੁਸ਼ ਹੁੰਦਾ ਹੈ। I'll be thankful forevermore. ਮੈਂ ਹਮੇਸ਼ਾ ਪ੍ਰਭੂ ਯਿਸੂ ਦਾ ਧੰਨਵਾਦ ਕਰਾਂਗਾ ਕਿ ਜਿੰਨਾ ਚੱਕਰ ਮੈਂ ਜਿਉਂਦਾ ਹਾਂ। As I close my words here, ਮੈਂ ਅੱਜ ਦਾ ਵਚਨ ਬਾਣੀ ਨੂੰ ਸਮਾਪਤ ਕਰਾਂਗਾ। let me just conclude and say this. ਅਖੀਰ ਵਿੱਚ ਮੈਂ ਚਰਚ ਨੂੰ ਇਹ You ਆਖਾਂਗਾ, don't have to take milk to the temple to please God. ਹੁਣ ਮੰਦਰਾਂ ਵਿੱਚ ਦੁੱਧ ਲਿਜਾ ਕੇ ਪ੍ਰਭੂ ਨੂੰ ਖੁਸ਼ ਕਰਨ ਦੀ ਲੋੜ ਨਹੀਂ। You don't have to take money or the cat or anything to take to any religious place to please ਕਿਸੇ ਵੀ God. ਧਾਰਮਿਕ ਜਗ੍ਹਾ ਤੇ ਆਪਣਾ ਮਿਹਨਤ ਦਾ ਕਮਾਇਆ ਹੋਇਆ ਪੈਸਾ ਬਰਬਾਦ ਕਰਨ ਦੀ You ਲੋੜ ਨਹੀਂ। bring yourself to the presence of Jesus. ਆਪਣੇ ਜੀਵਨ ਨੂੰ, ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰ ਕਰੋ। Grow closer to Him. ਪ੍ਰਭੂ ਯਿਸੂ ਮਸੀਹ ਦੇ ਨੇੜੇ ਆ ਜਾਓ। That's how you grow greater in Him. ਇਸ ਤਰ੍ਹਾਂ ਤੁਸੀਂ ਪ੍ਰਭੂ ਵਿੱਚ ਵੱਡੇ ਬਣ ਜਾਓਗੇ, ਵੱਧ ਜਾਓਗੇ, ਸਿਆਣੇ God ਬਣ wants ਜਾਓਗੇ। you to be a fruit-bearing tree. ਪ੍ਰਭੂ ਯਿਸੂ ਚਾਹੁੰਦਾ ਹੈ ਤੁਸੀਂ ਇਹੋ ਜਿਹੇ ਬ੍ਰਿਕਸ਼, ਪੌਦੇ ਬਣ ਜਾਓ ਜਿਹਨੂੰ ਫਲ ਲੱਗਦੇ ਨੇ। God wants you to grow closer to Him and intimately knowing Him. ਉਹਦੇ ਨੇੜੇ ਆ ਜਾਓ, ਪ੍ਰਭੂ ਯਿਸੂ ਨੂੰ ਹੋਰ ਜਾਣ ਲਵੋ। God wants you to have that strength and the power He gives to you. ਪ੍ਰਭੂ ਤੁਹਾਨੂੰ ਮਜ਼ਬੂਤੀ ਦਿੰਦਾ ਹੈ, ਸ਼ਕਤੀ ਦਿੰਦਾ ਹੈ, ਸਮਰੱਥਾ ਦਿੰਦਾ ਹੈ, ਤਾਕਤ ਦਿੰਦਾ ਹੈ। God wants you to live a grateful life every day. ਹਰ ਰੋਜ਼ ਸ਼ੁਕਰਗੁਜ਼ਾਰੀ ਵਾਲੀ, ਧੰਨਵਾਦ ਵਾਲੀ ਜ਼ਿੰਦਗੀ Stop ਜੀਓ। complaining today ਉਲਾਂਭੇ ਦੇਣੇ ਬੰਦ ਕਰੋ and start complimenting others. ਔਰ ਦੂਸਰਿਆਂ ਨੂੰ ਤਸੱਲੀ ਦਿਓ, ਕੰਪਲੀਮੈਂਟ ਦਿਓ। Start giving thanks to Jesus. ਪ੍ਰਭੂ ਯਿਸੂ ਦਾ ਧੰਨਵਾਦ ਕਰੋ। Lord, I may not have that or this or this, ਪ੍ਰਭੂ ਮੇਰੇ ਪਾਸ ਭਾਵੇਂ ਉਹ ਨਹੀਂ ਹੈ, ਇਹ ਨਹੀਂ ਹੈ, but I have a hope in you ਪਰ ਮੇਰੇ ਪਾਸ ਤੇਰੇ ਵਿੱਚ ਉਮੀਦ ਹੈ, that you ਆਸ਼ਾ will ਹੈ। make a way for me ਪ੍ਰਭੂ ਮੇਰੇ ਲਈ ਤੂੰ ਰਾਸਤਾ ਤਿਆਰ ਕਰਦਾ ਹੈ where there seems to be no way. ਜਦੋਂ ਮੈਨੂੰ ਕੋਈ ਰਾਸਤਾ ਨਜ਼ਰ ਨਹੀਂ I may ਆਉਂਦਾ। not have a job now, ਮੇਰੇ ਪਾਸ ਅੱਜ ਭਾਵੇਂ ਨੌਕਰੀ ਨਹੀਂ ਹੈ, but I know God can ਮੈਂ provide. ਜਾਣਦਾ ਹਾਂ ਪ੍ਰਭੂ ਤੂੰ ਮੈਨੂੰ ਨੌਕਰੀ I ਦੇਵੇਂਗਾ। know God can supply my needs. ਪ੍ਰਭੂ ਯਿਸੂ ਮੇਰੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦਾ I may ਹੈ। not be physically well today, ਭਾਵੇਂ ਮੈਂ ਤੰਦਰੁਸਤ ਨਹੀਂ ਹਾਂ, ਦੁਖੀ ਬਿਮਾਰ but I ਹਾਂ, know Jesus is a ਪ੍ਰਭੂ healer. ਯਿਸੂ ਮੈਂ ਜਾਣਦਾ ਹਾਂ ਤੂੰ ਮੈਨੂੰ ਚੰਗਾ ਕਰਨ ਵਾਲਾ I ਹੈ। may be a tormented person today. ਭਾਵੇਂ ਮੈਂ ਅੱਜ ਪਰੇਸ਼ਾਨ ਹਾਂ, I may have lost all the peace in my life. ਭਾਵੇਂ ਮੇਰੀ ਜ਼ਿੰਦਗੀ 'ਚ ਪਰੇਸ਼ਾਨੀ ਹੈ, There is no hope in my life. ਭਾਵੇਂ ਪ੍ਰਭੂ ਮੇਰੀ ਜ਼ਿੰਦਗੀ 'ਚ ਕੋਈ ਉਮੀਦ But I ਨਹੀਂ, know today, ਮੈਂ I ਜਾਣਦਾ know ਹਾਂ, ਜਾਣਦੀ ਹਾਂ, ਅੱਜ ਜਾਣਦੀ ਹਾਂ that Jesus is the hope of the world. ਮੇਰਾ ਪ੍ਰਭੂ ਯਿਸੂ ਦੁਨੀਆ ਦੀ ਉਮੀਦ ਹੈ, ਮੇਰੀ He ਉਮੀਦ is ਹੈ, my hope as well. ਮੇਰੀ ਵੀ ਉਮੀਦ ਹੈ ਮੇਰਾ ਯਿਸੂ। I'm going to draw closer to Him ਹੇ ਪ੍ਰਭੂ ਮੈਂ ਤੇਰੇ ਨੇੜੇ ਆਵਾਂਗਾ so that I can grow in Him. ਤਾਂ ਕਿ ਮੈਂ ਤੇਰੇ ਵਿੱਚ ਵੱਧ ਜਾਵਾਂ। It's not by trying harder,
ਆਪਣੀ ਕੋਸ਼ਿਸ਼ ਨਾਲ ਨਹੀਂ, It's by drawing closer. ਪ੍ਰਭੂ ਯਿਸੂ ਦੇ ਨੇੜੇ ਆਣ ਕੇ Let us come closer to Christ. ਆਓ ਪ੍ਰਭੂ ਯਿਸੂ ਮਸੀਹ ਦੇ ਨਜ਼ਦੀਕ ਆ ਜਾਈਏ। As our choir will sing in this chorus now, ਜਿਵੇਂ ਕੁਆਇਰ ਜਾਂ ਬੱਚੇ ਗੀਤ ਗਾ ਰਹੇ ਨੇ, I'm going to ask you to make a commitment. ਅੱਜ ਤੁਸੀਂ ਪ੍ਰਭੂ ਨਾਲ ਇੱਕ ਵਾਅਦਾ ਕਰੋ। Let's all stand together. ਆਪਣੇ ਪੈਰਾਂ ਤੇ ਖੜੇ ਹੋ ਜਾਈਏ। Lord, I want to go closer to you. ਪਿਆਰੇ ਯਿਸੂ ਮਸੀਹ, ਮੈਂ ਤੇਰੇ ਨੇੜੇ, ਤੇਰੇ ਨਜ਼ਦੀਕ, ਤੇਰੇ ਪਾਸ I ਆਉਣਾ ਚਾਹੁੰਦਾ want to ਹਾਂ। be a fruit-bearing tree. ਮੈਂ ਫਲਦਾਇਕ ਪੌਦਾ ਜਾਂ ਬੂਟਾ ਜਾਂ ਬ੍ਰਿਕਸ਼ ਬਣਨਾ ਚਾਹੁੰਦਾ ਹਾਂ। Good fruits, Lord, I can bless you and bless others. ਚੰਗੇ ਫਲ ਲਿਆ ਕੇ ਦੂਸਰਿਆਂ ਦਾ ਭਲਾ ਕਰਾਂ ਪ੍ਰਭੂ ਯਿਸੂ। I want to know you, Lord. ਪ੍ਰਭੂ ਮੈਂ ਤੈਨੂੰ ਜਾਣ ਲਵਾਂ। Thank you, Lord, for the salvation you gave me. ਮੁਕਤੀ ਲਈ, ਨਜਾਤ ਲਈ ਤੇਰਾ ਸ਼ੁਕਰ ਹੋਵੇ। Grow closer to Him. ਅੱਜ ਪ੍ਰਭੂ ਦੇ ਨੇੜੇ ਆਓ।